ਹੁਣ ਤਾਂ ਉਹਨਾਂ ਨੇ ਬੰਦੇ ਮਾਰਨੇ ਸ਼ੁਰੂ ਕਰ ਦਿੱਤੇ ਹਨ ਵੀ ਪ੍ਰਭਾਵ ਤਾਂ ਇਹ ਪਿਆ ਹੈਗਾ ਹਨ ਵੀ ਤੁਹਾਡੀ ਧਰਤੀ ਤੇ ਆ ਕੇ ਤੁਹਾਡੇ ਸਿਟੀਜ਼ਨ ਨੂੰ ਮਾਰ ਕੇ ਉਹ ਚਲੇ ਗਏ ਹੈਗੇ ਆ ਹਨਾ ਵੀ ਇਹੀ ਪ੍ਰਭਾਵ ਆ ਜਿਹੜਾ ਪਿਆ ਹੈਗਾ ਸਭ ਤੋਂ ਵੱਡਾ। ਉਹ ਕਹਿੰਦਾ ਵੀ ਮੈਨੂੰ ਇਸ ਗੱਲ ਤੋਂ ਅਚੰਭਾ ਨਹੀਂ ਹੋਇਆ ਵੀ ਭਾਰਤ ਸਰਕਾਰ ਦੇ ਏਜੰਟਾਂ ਨੇ ਇੱਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ। ਮੈਨੂੰ ਇਸ ਗੱਲੋਂ ਹੈਰਾਨੀ ਹੋਈ ਵੀ ਕੈਨੇਡਾ ਦਾ ਪ੍ਰਧਾਨ ਮੰਤਰੀ ਪਾਰਲੀਮੈਂਟ ਵਿੱਚ ਖੜ ਕੇ ਭਾਰਤ ਦੇ ਖਿਲਾਫ ਬੋਲਣ ਕਿਵੇਂ ਲੱਗ ਗਿਆ। ਜਿਹੜੇ ਕੈਨੇਡਾ ਵਿੱਚ ਚੁਣੇ ਹੋਏ ਮੈਂਬਰ ਆਫ ਪਾਰਲੀਮੈਂਟ ਆ ਉਹਨਾਂ ਨੂੰ ਟੈਰਰਿਸਟ ਕਿਹਾ ਜਾ ਰਿਹਾ। ਉਹਨਾਂ ਨੇ ਹਰਜੀਤ ਸਿੰਘ ਸੱਜਣ ਦਾ ਨਾਂ ਲਿਆ ਵੀ ਕੈਨੇਡਾ ਦੇ ਡਿਫੈਂਸ ਮਿਨਿਸਟਰ ਨੂੰ ਇੰਡੀਆ ਵਿੱਚ ਟੈਰਰਿਸਟ ਕਿਹਾ ਗਿਆ। ਉਹ ਕਹਿੰਦਾ ਵੀ ਸਿਰਫ ਟ੍ਰੇਡ ਕਰਨ ਲਈ, ਉਹਦੇ ਨਾਲ ਟ੍ਰੇਡ ਦੇ ਜਿਹੜੇ ਸਮਝੌਤੇ ਕਰਨ ਲਈ ਭਾਰਤ ਨਾਲ ਤੁਸੀਂ ਸਾਰਾ ਕੁਝ ਇਗਨੋਰ ਕਰਦੇ ਰਹੇ। 40 ਸਾਲਾਂ ਤੋਂ ਤੁਸੀਂ ਲਗਾਤਾਰ ਇਗਨੋਰ ਆ ਜਿਹੜੇ ਕਰਦੇ ਰਹੇ। ਕਹਿੰਦਾ ਕੁਝ ਸਮਾਂ ਪਹਿਲਾਂ ਕੈਨੇਡੀਅਨ ਸਰਕਾਰ ਨੇ ਇੱਕ ਪਾਬੰਦੀ ਲਾਈ ਸੀ ਵੀ ਜਿਹੜੇ ਭਾਰਤ ਵਿੱਚ ਪੁਲਿਸ ਆਫੀਸਰਸ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਆ ਜਾਂ ਤਸ਼ੱਦਦ ਕਰਿਆ ਜਾਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਰੀਆਂ, ਉਹਨਾਂ ਨੂੰ ਵੀਜ਼ੇ ਦੇਣੇ ਬੰਦ ਕਰ ਦਿੱਤੇ ਸੀ। ਪਰ ਭਾਰਤ ਨੇ ਇਹਦਾ ਵਿਰੋਧ ਕਰਿਆ ਤੇ ਤੁਸੀਂ ਦੁਬਾਰੇ ਵੀਜ਼ੇ ਦੇਣੇ ਚਾਲੂ ਕਰ ਦਿੱਤੇ ਹੋਏ ਆ ਹਨਾ। ਉਹ ਜਿਹੜੀ ਮੈਂਬਰਸ਼ਿਪ ਆ ਪਾਰਟੀਆਂ ਦੀ, ਚਾਹੇ ਕੰਜ਼ਰਵੇਟਿਵ ਦੀ ਹੈ ਚਾਹੇ ਲੇਬਰ ਜਾਂ ਲਿਬਰਲ ਦੀ ਹੈਗੀ ਆ, ਉਹ ਮੈਂਬਰਸ਼ਿਪ ਖਰੀਦੀ ਜਾ ਰਹੀ ਹੈ ਭਾਰਤ ਦੇ ਅਮੀਰਾਂ ਵੱਲੋਂ। ਉਹਦੇ ਵਿੱਚ ਆਪਣੇ ਮੈਂਬਰ ਪਲਾਂਟ ਕੀਤੇ ਜਾ ਰਹੇ ਆ। ਉਹ ਮੈਂਬਰ ਫਿਰ ਅੱਗੇ ਜਾ ਕੇ ਜਿਹੜੇ ਮੈਂਬਰ ਆਫ ਪਾਰਲੀਮੈਂਟ MLA MPP ਬਣਨੇ ਆ ਉਹਨਾਂ ਦੀ ਨੋਮੀਨੇਸ਼ਨ ਕਰਦੇ ਆ। ਉਹ ਕਹਿੰਦਾ ਵੀ ਗ੍ਰਾਸ ਰੂਟਸ ਤੋਂ ਹੀ ਉਹ ਆਪਣੇ ਬੰਦੇ ਉਹ ਫਿੱਟ ਕਰੀ ਜਾ ਰਹੇ ਹੈਗੇ ਆ। ਸੋ ਮੈਂਬਰਸ਼ਿਪ ਖਰੀਦ ਕੇ ਨਾ। ਪਰ ਅੱਜ ਇਜ਼ਰਾਈਲ ਦੀ ਫੌਜ ਆ, ਇਜ਼ਰਾਈਲ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਅਮਰੀਕਾ ਦੀ ਗੱਲ ਸੁਣਨ ਨੂੰ ਹੀ ਰਾਜੀ ਨਹੀਂ ਹੈ ਨਾ। ਸੋ ਅਮਰੀਕਾ ਤੋਂ ਵੀ ਵੱਡਾ ਬਣਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਿਹਾ ਹੈ। ਵੀ ਇਰਾਕ 'ਚ ਕਹਿੰਦਾ ਇੱਕ ਅੰਨੇ ਬੰਦੇ ਨੂੰ ਵੀ ਪਤਾ ਸੀਗਾ ਵੀ ਜਿਹੜਾ ਸਦਾਮ ਹੁਸੈਨ ਆ ਉਹਦੇ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਬਿਲਕੁਲ ਹੈ ਨਹੀਂ। ਤੁਸੀਂ ਝੂਠ ਦਾ ਪਲੰਦਾ ਖੜਾ ਕਰ ਕਰਕੇ ਜਾਰਜ ਬੁਸ਼ ਨੇ ਹਨਾ ਵੈਪਨਸ ਆਫ ਮਾਸ ਡਿਸਟਰਕਸ਼ਨ ਦੀਆਂ ਜਿਹੜੀ ਵੀ ਝੂਠੀਆਂ ਕਹਾਣੀਆਂ ਖੜੀਆਂ ਕਰ ਕਰਕੇ ਵੀ ਉਹ ਸਾਰਾ ਜਿਹੜਾ ਸਿਸਟਮ ਹੈ ਵੀ ਉਹਦੇ ਖਿਲਾਫ ਲੜਾਈ ਲੜੀ, ਲੱਭਿਆ ਕੁਝ ਵੀ ਨਹੀਂ। ਇੱਕ ਡੈਮੋਕ੍ਰੈਟਿਕਲੀ ਇਲੈਕਟਡ ਜਿਹੜੀ ਗਵਰਨਮੈਂਟ ਆ ਉਹਨੂੰ ਤੁਸੀਂ ਟੌਪਲ ਕਰ ਦਿੱਤਾ ਤੇ ਹੁਣ ਉੱਥੇ ਲਗਾਤਾਰ ਆ ਜਿਹੜੀ ਉਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਖਾਨਾ ਜੰਗੀ ਲੱਗੀ ਹੋਈ ਹੈ। ਅਫਗਾਨਿਸਤਾਨ ਵਿੱਚ ਲਗਭਗ $3 ਟ੍ਰਿਲੀਅਨ ਅਮਰੀਕਾ ਦਾ ਲੱਗਿਆ। ਲਗਭਗ 2 ਮਿਲੀਅਨ ਫੌਜੀ ਆ ਜਿਹੜੇ ਉੱਥੇ ਸਾਡੇ ਬੈਠੇ ਰਹੇ ਆ ਜਾ ਕੇ। ਤੇ ਅਸੀਂ 20-25 ਸਾਲਾਂ ਦੀ ਲੜਾਈ ਲੜਨ ਤੋਂ ਬਾਅਦ ਅਸੀਂ ਕੀ ਕਰਿਆ ਵੀ ਤਾਲਿਬਾਨ ਨੂੰ ਹਟਾ ਕੇ ਤਾਲਿਬਾਨ ਨੂੰ ਹੀ ਮੁੜ ਕੇ ਗੱਦੀ ਤੇ ਬਿਠਾਤਾ। ਵੀ ਕਾਰਪੋਰੇਟਸ ਆ ਜਿਹੜੇ ਉਹਨਾਂ ਦਾ ਇੱਕ ਦਬਦਬਾ ਹੈ ਸਾਰੀ ਦੁਨੀਆ ਵਿੱਚ ਹੀ ਉਹਨਾਂ ਦਾ ਜਿਹੜਾ ਦਬਦਬਾ ਹੈ। ਸੋ ਉਹ ਆਪਣੇ ਢੰਗ ਨਾਲ ਉਹਨਾਂ ਲੋਕਾਂ ਨੂੰ ਪ੍ਰਮੋਟ ਹੀ ਨਹੀਂ ਹੋਣ ਦਿੰਦੇ ਜਾਂ ਉਹਨਾਂ ਨੂੰ ਉਸ ਲੈਵਲ ਤੇ ਉੱਥੇ ਪਹੁੰਚਣੇ ਨਹੀਂ ਦਿੰਦੇ ਜਿੱਥੇ ਉਹਨਾਂ ਨੇ ਜਿਹੜੀਆਂ ਪਾਲਿਸੀ ਮੇਕਿੰਗ ਵਿੱਚ ਇੱਕ ਫੈਸਲਾਕੁਨ ਭੂਮਿਕਾ ਨਿਭਾ ਸਕਣ। ਵੀ ਜਿਹੜੇ ਭਾਰਤ ਦੇ ਕੁਝ ਅਮੀਰ ਲੋਕ ਨੇ ਜਿਹੜੇ ਬਿਲੀਅਨੀਅਰ ਨੇ ਉਹ ਭਾਰਤ ਨੂੰ ਡੈਮੋਕ੍ਰੇਸੀ ਤੋਂ ਖਤਮ ਕਰਕੇ ਉਹਨੂੰ ਤਾਨਾਸ਼ਾਹੀ ਵਾਲਾ ਜਿਹੜਾ ਉਹ ਵਧਾ ਰਹੇ ਹੈਗੇ ਆ। ਉਹ ਕਹਿੰਦੇ ਵੀ ਸੋਨਾ ਨੇ ਬਹੁਤ ਸਾਰੇ ਅੰਕੜੇ ਦੇ ਕੇ ਦੱਸਿਆ। ਉਹ ਕਹਿੰਦੇ ਵੀ ਜਿਹੜੀ ਭਾਰਤ ਵਿੱਚ ਇਕਨੋਮਿਕ ਇਨਇਕੁਐਲਿਟੀ ਆ ਨਾ ਉਹ ਬ੍ਰਿਟਿਸ਼ ਰਾਜ ਨਾਲੋਂ ਵੀ ਵੱਧ ਹੈ ਇਸ ਵੇਲੇ। ਕਹਿੰਦੇ ਵੀ ਨਾਰਮਲ ਇੰਡੀਆ ਦੀ ਇਨਕਮ ਮੰਨੀ ਜਾਂਦੀ ਹੈ GDP ਜਿਹੜੀ $250 ਆ ਪਰ ਪਰਸਨ ਹਨਾ। ਉਹ ਕਹਿੰਦੇ ਵੀ ਇਹਦੇ ਵਿੱਚੋਂ 10 ਵਿੱਚੋਂ 9 ਬੰਦੇ ਆ ਜਿਹੜੇ $250 ਤੋਂ ਵੀ ਘੱਟ ਪੈਸੇ ਕਮਾ ਰਹੇ। ਤੇ ਉਹ ਕਹਿੰਦਾ ਵੀ ਸਿਰਫ 10,000 ਬੰਦੇ ਭਾਰਤ ਵਿੱਚ ਆ ਜਿਨ੍ਹਾਂ ਦੀ ਆਮਦਨ $5.7 ਮਿਲੀਅਨ ਆ ਪਰ ਈਅਰ। ਤੁਸੀਂ ਦੇਖੋ ਵੀ ਸਿਰਫ 10,000 ਬੰਦਿਆਂ ਦੀ ਇਨਕਮ $5.7 ਮਿਲੀਅਨ ਆ ਹਨਾ। ਤੇ ਦੂਜੇ ਪਾਸੇ 10 ਵਿੱਚੋਂ 9 ਬੰਦੇ 250 ਆਪਣੀ ਨਾਰਮਲ ਜਿਹੜਾ ਐਵਰੇਜ ਆ ਨੈਸ਼ਨਲ ਐਵਰੇਜ ਉਹ ਵੀ ਉਹਨਾਂ ਕੋਲ ਜਿਹੜੀ ਉਹ ਪੈਸੇ ਨਹੀਂ ਆਉਂਦੇ। ਸੋ ਉਹਨਾਂ ਦਾ ਸਰਕਾਰੀ ਨੀਤੀਆਂ ਨੇ ਜਿਹੜੀਆਂ ਉਹ ਸਾਰੀਆਂ ਇਹਨਾਂ 5-6 ਬੰਦਿਆਂ ਦੀਆਂ ਜਿਹੜੀਆਂ ਨਿੱਜੀ ਨੀਤੀਆਂ ਉਹਨਾਂ ਦੇ ਅਨੁਸਾਰ ਆ ਜਿਹੜੀਆਂ ਚਲਾਈਆਂ ਜਾਂਦੀਆਂ। ਇਸ ਕਰਕੇ ਇਹ ਜਿਹੜਾ ਸਭ ਤੋਂ ਬਹੁਤ ਵੱਡਾ ਜਿਹੜਾ ਅਸਾਵਾਂਪਣ ਹੈ ਸੋ ਇਹ ਆ ਰਿਹਾ। ਸੋ ਅਮੀਰ ਇੰਨੇ ਜ਼ਿਆਦਾ ਅਮੀਰ ਹੋ ਰਹੇ ਆ ਵੀ ਉਹ ਕਿਤੇ ਨਾ ਕਿਤੇ ਭਾਰਤ ਦੀ ਜਿਹੜੀ ਡੈਮੋਕ੍ਰੈਟਿਕ ਸੈਟਅਪ ਆ ਉਹਦੇ ਲਈ ਖਤਰਾ ਬਣਦੇ ਜਾ ਰਹੇ ਹੈਗੇ। ਫੋਰਨ ਡਾਇਰੈਕਟ ਇਨਵੈਸਟਮੈਂਟ ਵਿੱਚ ਵੀ ਕਹਿੰਦਾ ਭਾਰਤ ਨੇ ਇਹੋ ਜਿਹੇ ਕਾਨੂੰਨ ਬਣਾਤੇ ਆ ਵੀ ਉਹਦੇ ਵਿੱਚੋਂ ਲੋਕਲ ਵਪਾਰੀਆਂ ਦਾ ਹੱਥ ਉੱਤੇ ਆ। ਜਿਹੜੇ ਬਾਹਰੋਂ ਇਨਵੈਸਟ ਕਰਨ ਵਾਲੇ ਲੋਕ ਆ ਉਹਨਾਂ ਦਾ ਪੈਸਾ ਡੁੱਬ ਸਕਦਾ, ਲੋਕਲ ਵਪਾਰੀਆਂ ਦਾ ਨਹੀਂ ਡੁੱਬ ਸਕਦਾ। ਸੋ ਕਾਨੂੰਨਾਂ ਵਿੱਚ ਉਹਨਾਂ ਨੇ ਇਸ ਤਰ੍ਹਾਂ ਦੀ ਜਿਹੜਾ ਫੇਰ ਬਦਲ ਕਰ ਲਿਆ ਵੀ ਫੇਵਰੇਬਲ ਟੂ ਇੰਡੀਅਨ ਕਾਰਪੋਰੇਟਸ ਹੋ ਗਈ ਹੋਈ ਆ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਆ। ਹੁਣ ਤੁਸੀਂ ਦੇਖ ਸਕਦੇ ਹੋ ਵੀ ਐਡੀ ਵੱਡੀ ਆਬਾਦੀ 80 ਕਰੋੜ ਲੋਕਾਂ ਨੂੰ ਅਗਲੇ 5 ਸਾਲਾਂ ਹੀ ਸਰਕਾਰ ਖਾਣੇ ਲਈ ਕੁਛ ਨਾ ਕੁਛ ਦਊਗੀ ਵੀ ਉਹ 80 ਕਰੋੜ ਲੋਕ ਆਪਣੇ ਪੈਰਾਂ ਤੇ ਖੜੇ ਹੋਣ ਜੋਗੇ ਨਹੀਂ। ਸੋ ਇਕਨੋਮੀ ਅਸੀਂ ਕਹਿ ਰਹੇ ਹੈਗੇ ਵੀ 3 ਟ੍ਰਿਲੀਅਨ ਤੋਂ 5 ਟ੍ਰਿਲੀਅਨ ਹੋ ਜਾਣੀ ਹੈਗੀ ਹੈ ਨਾ। ਸੋ ਜਿਹਦੇ ਤੋਂ ਬਿਗ ਚੰਕ ਆਫ ਪਾਪੂਲੇਸ਼ਨ ਆ ਜਿਹੜਾ ਉਹਨੂੰ ਨਾਰਮਲ ਰੋਟੀ ਵੀ ਨਹੀਂ ਮਿਲ ਰਹੀ ਹਨਾ। ਉਹ $250 ਵਾਲੀ ਤਾਂ ਗੱਲ ਛੱਡੋ, ਉਹ ਆਪਣੇ ਏਜੰਟਾਂ ਰਾਹੀਂ ਜਿਹੜੇ ਕੁਝ ਕਮਿਊਨਿਟੀ ਦੇ ਲੋਕ ਆ ਇੰਡੀਅਨ ਗਵਰਨਮੈਂਟ ਨਾਲ ਅਲਾਈ ਕਰਦੇ ਆ ਉਹਨਾਂ ਦੇ ਰਾਹੀਂ ਸੁਨੇਹੇ ਭੇਜੇ ਜਾਂਦੇ ਆ। ਉਹਨਾਂ ਨੂੰ ਸਾਇਲੈਂਟ ਹੋਣ ਲਈ ਕਿਹਾ ਜਾਂਦਾ ਤੇ ਮੁੜ ਕੇ ਉਹਨਾਂ ਦੇ ਵੀਜ਼ੇ ਆ ਜਿਹੜੇ ਉਹ ਰੋਕ ਦਿੱਤੇ ਜਾਂਦੇ ਹੈਗੇ ਆ। ਉਹਨਾਂ ਨੂੰ ਆਪਣੇ ਪਰਿਵਾਰਾਂ ਨਾਲ ਮਿਲਣ ਲਈ ਨਹੀਂ ਦਿੱਤਾ ਜਾਂਦਾ।
ਹੁਣ ਸੋਸ਼ਲ ਉੱਤੇ ਉਹ ਤੋਂ ਬਿਨਾਂ ਕਹਿੰਦਾ ਵੀ 80s ਤੋਂ ਬਾਅਦ ਜਿਹੜਾ ਹੋਇਆ ਵੀ ਜਿਹੜਾ ਐਥਨਿਕ ਨਿਊਜ਼ਪੇਪਰ ਜਾਂ ਐਥਨਿਕ ਮੀਡੀਆ ਸੀ ਉਹਦੇ ਤੇ ਬਹੁਤ ਦੇਰ ਦਬਾਅ ਤੇ ਪ੍ਰਭਾਵ ਪਾਉਂਦੇ ਰਹੇ ਹੈਗੇ ਆ। ਸੋ ਇੰਡੀਅਨ ਏਜੰਟਸ ਨੇ ਉਹਨਾਂ ਤੇ ਬਹੁਤ ਜ਼ਿਆਦਾ ਦਬਾਅ ਪਾਇਆ ਜਿਹੜਾ ਪੰਜਾਬੀ ਮੀਡੀਆ ਸੀ ਖਾਸ ਕਰਕੇ ਨਾ। ਤੇ ਹੁਣ ਸੋਸ਼ਲ ਮੀਡੀਆ ਦੇ ਆਉਣ ਨਾਲ ਕਹਿੰਦਾ ਹੋਇਆ ਵੀ ਚੈਨਲ ਬੰਦ ਕੀਤੇ ਜਾ ਰਹੇ ਆ, ਉਹਨਾਂ ਦੀਆਂ ਆਪਣੀਆਂ ਡੈਫੀਨੇਸ਼ਨਸ ਆ ਜਿਹੜੀਆਂ ਵੀ ਉਹ ਟੈਰਰਿਜ਼ਮ ਬਾਰੇ, ਉਹ ਐਕਟਿਵਿਜ਼ਮ ਨੂੰ ਵੀ ਟੈਰਰਿਜ਼ਮ ਕਹਿ ਰਹੇ ਆ। ਉਹ ਕਹਿੰਦੇ ਵੀ ਆਹ ਜਿਹੜਾ ਕੁਝ ਹੁਣ ਮੈਂ ਬੋਲ ਰਿਹਾ, ਕਹਿੰਦੇ ਵੀ ਅੱਜ ਤੁਹਾਡੇ ਸਾਹਮਣੇ ਜਿਹੜੀ ਮੈਂ ਟੈਸਟੀਮਨੀ ਦੇ ਰਿਹਾ ਉਹ ਇੰਡੀਆ ਦੇ ਹਿਸਾਬ ਨਾਲ ਟੈਰਰਿਜ਼ਮ ਦਾ ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਆਪਾਂ ਹਰ ਵਾਰੀ ਗੱਲਬਾਤ ਕਰਦੇ ਹੁੰਦੇ ਹਾਂ ਦੁਨੀਆ ਭਰ ਦੇ ਵਿੱਚ ਜੋ ਕੁਛ ਚੱਲ ਰਿਹਾ ਆ, ਸਿਆਸਤ ਦੇ ਵਿੱਚ ਚੱਲ ਰਿਹਾ, ਕੀ ਨਵੀਆਂ ਰਣਨੀਤੀਆਂ ਘੜ ਹੋ ਰਹੀਆਂ ਦੁਨੀਆ ਭਰ ਦੇ ਵਿੱਚ, ਜੀਓ ਪੋਲੀਟਿਕਸ ਦੇ ਵਿੱਚ ਕੀ ਕੁਛ ਹੋ ਰਿਹਾ ਆ, ਉਸ ਬਾਰੇ ਚਰਚਾ ਕਰਦੇ ਹਾਂ। ਆਪਣੇ ਨਾਲ ਜੁੜਦੇ ਨੇ ਜਰਨਲਿਸਟ ਅਵਤਾਰ ਸਿੰਘ ਜੀ, ਇੱਕ ਵਾਰੀ ਫਿਰ ਆਪਣੇ ਨਾਲ ਸਟੂਡੀਓ ਦੇ ਵਿੱਚ ਅੱਜ ਇਹ ਜੁੜ ਚੁੱਕੇ ਆ। ਉਹਨਾਂ ਦੇ ਨਾਲ ਇਹ ਆਪਾਂ ਗੱਲਬਾਤ ਕਰਦੇ ਹਾਂ। ਗੱਲਬਾਤ ਦੀ ਸ਼ੁਰੂਆਤ ਕਰਦੇ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਅਵਤਾਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਤਾਰ ਚੜਾਵ ਇਹ ਜ਼ਿੰਦਗੀ ਦਾ ਦਸਤੂਰ ਆ, ਦੁਨੀਆ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਆਮ ਨੇ। ਆਪਾਂ ਇਸ ਮੌਕੇ ਦੇਖ ਰਹੇ ਹਾਂ ਵੀ ਵੱਖ-ਵੱਖ ਫੋਰਨ ਰਿਲੇਸ਼ਨਸ ਜੀਓ ਪੋਲੀਟਿਕਸ ਦੇ ਵਿੱਚ ਬਦਲ ਰਹੇ ਆ। ਅਮਰੀਕਾ ਦੇ ਵਿੱਚ ਰਹਿੰਦੇ ਹੋਏ ਅਮਰੀਕਾ ਦੀਆਂ ਫੋਰਨ ਪਾਲਿਸੀਜ਼ ਕੀ ਹੋ ਰਹੀਆਂ ਆ, ਕਿੱਦਾਂ ਉਹ ਦੇਖ ਰਹੇ ਆ ਬਾਕੀ ਦੁਨੀਆ ਦੇ ਮੁਲਕਾਂ ਨੂੰ, ਉਸ ਉੱਤੇ ਅਕਸਰ ਆਪਾਂ ਜਿਹੜੀ ਉਹ ਗੱਲਬਾਤ ਕਰਦੇ ਹਾਂ। ਚਾਹੇ ਜਿਹੜੇ CIA ਦੇ ਚੀਫ ਰਹੇ ਹੁਣ ਉਹਨਾਂ ਦੀ ਗੱਲ ਹੋਵੇ, ਚਾਹੇ NSA ਦੇ ਜਿਹੜੇ ਐਡਵਾਈਜ਼ਰ ਆ ਉਹਨਾਂ ਦਾ ਆਰਟੀਕਲ ਆਇਆ ਹੋਵੇ, ਉਸ ਬਾਰੇ ਆਪਾਂ ਚਰਚਾ ਕਰਦੇ ਹਾਂ। ਅੱਜ ਵੀ ਇਸੇ ਤਰੀਕੇ ਦੇ ਨਾਲ ਵੱਖ-ਵੱਖ ਤਰੀਕਿਆਂ ਤੋਂ ਗੱਲਬਾਤ ਕਰਾਂਗੇ ਤੇ ਨਾਲ ਇਹ ਦੇਖਾਂਗੇ ਵੀ ਇਹ ਭਵਿੱਖ ਦੇ ਵਿੱਚ ਕਿਹੜੀਆਂ ਰਣਨੀਤੀਆਂ, ਕਿਹੜੇ ਪਾਸੇ ਵੱਲ ਨੂੰ ਜਿਹੜੀ ਗੱਲ ਇਹ ਤੁਰ ਰਹੀ ਆ। ਸੋ ਸ਼ੁਰੂਆਤ ਕਰਦੇ ਹਾਂ ਅਵਤਾਰ ਸਿੰਘ ਜੀ। ਅੱਜ ਅਮਰੀਕਾ ਦੇ ਇੱਕ ਪ੍ਰਸਿੱਧ ਇੰਡੀਪੈਂਡੈਂਟ ਉਹ ਡੈਮੋਕ੍ਰੇਟ ਪਾਰਟੀ ਦੇ ਨਾਲ ਫੋਕਸ ਕਰਦੇ ਆ, ਬਰਨੀ ਸੈਂਡਰਸ ਜਿਹੜੇ ਸੈਨੇਟਰ ਆ, ਉਹਨਾਂ ਨੇ ਅਮਰੀਕੀ ਵਿਦੇਸ਼ ਨੀਤੀ ਦੇ ਉੱਤੇ ਕਾਫੀ ਵੱਡੇ ਜਿਹੜੇ ਸਵਾਲ ਚੁੱਕੇ ਆ। ਉਹਨਾਂ ਦੇ ਕੀ ਨੇ ਇਹ ਸਵਾਲ, ਕੀ ਉਹ ਕਹਿਣਾ ਚਾਹੁੰਦੇ ਨੇ ਆਪਣੇ ਇਸ ਲੇਖ ਦੇ ਸਿਰ? ਹਾਂਜੀ, ਰੀਸੈਂਟਲੀ ਫੋਰਨ ਅਫੇਅਰਸ ਦਾ ਜਿਹੜਾ ਤਾਜ਼ਾ ਅੰਕ ਆਇਆ ਨਾ, ਉਹਦੇ ਵਿੱਚ ਬਰਨੀ ਸੈਂਡਰਸ ਦਾ ਆਰਟੀਕਲ ਛਪਿਆ ਹੈ, ਇਹ ਰੈਵੋਲੂਸ਼ਨ ਇਨ ਅਮਰੀਕਨ ਫੋਰਨ ਪਾਲਿਸੀ, ਰਿਪਲੇਸਿੰਗ ਗ੍ਰੀਡ, ਮਿਲੀਟੈਰਿਜ਼ਮ ਐਂਡ ਹਿਪੋਕ੍ਰੇਸੀ ਵਿਦ ਸੋਲੀਡੈਰਿਟੀ, ਡਿਪਲੋਮੇਸੀ ਐਂਡ ਹਿਊਮਨ ਰਾਈਟਸ ਹੈ ਨਾ। ਉਹ ਕਹਿੰਦੇ ਵੀ ਸਾਨੂੰ ਆਪਣੀ ਫੋਰਨ ਪਾਲਿਸੀ ਹੈ ਜਿਹੜੀ ਉਹਦੇ ਵਿੱਚ ਵੱਡੀਆਂ ਸਿਫਤੀ ਔਰ ਜਿਹੜੀਆਂ ਪ੍ਰੋ ਹਿਊਮਨ ਚ ਤਬਦੀਲੀਆਂ ਕਰਨ ਦੀ ਲੋੜ ਹੈਗੀ ਆ। ਵੀ ਅਸੀਂ ਜਿਹੜਾ ਮਿਲੀਟੈਰਲਿਜ਼ਮ ਆ, ਜੰਗ ਦੀਆਂ ਜਿਹੜੀਆਂ ਸੰਸਥਾਵਾਂ ਨੇ ਜਾਂ ਜੰਗਬਾਜ਼ੀ ਕਿਸਮ ਦਾ ਜਿਹੜਾ ਮਾਹੌਲ ਆ ਉਹਦੇ ਤੇ ਜ਼ਿਆਦਾ ਇੱਕ ਨਿਰਭਰ ਹੋ ਰਹੇ ਆ ਤੇ ਉਹਨੂੰ ਜ਼ਿਆਦਾ ਵਧਾਵਾ ਦੇ ਰਹੇ ਆ, ਜਦੋਂ ਕਿ ਹਿਊਮਨ ਰਾਈਟਸ ਦੀਆਂ ਵੈਲਿਊਜ਼ ਜਿਹੜੀਆਂ ਜਿਨ੍ਹਾਂ ਦਾ ਘਾਣ ਹੋ ਰਿਹਾ ਹੈ, ਸੋ ਉਹ ਜਿਹੜੇ ਮੁਲਕਾਂ ਵੱਲੋਂ ਘਾਣ ਕੀਤਾ ਜਾ ਰਿਹਾ, ਅਸੀਂ ਕਿਤੇ ਨਾ ਕਿਤੇ ਉਹਨਾਂ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਆ। ਸੋ ਤਿੱਖਾ ਨਿਸ਼ਾਨਾ ਤਾਂ ਉਹਨਾਂ ਨੇ ਬੈਂਜਾਮਿਨ ਨੇਤਨਯਾਹੂ ਤੇ ਲਾਇਆ ਹੈ। ਸੋ ਉੱਥੋਂ ਇਹ ਗੱਲ ਉਹਨਾਂ ਨੇ ਸ਼ੁਰੂ ਕਰੀ ਹੈਗੀ ਆ। ਉਹ ਕਹਿੰਦਾ ਵੀ ਅਮਰੀਕਾ ਨੇ ਬਿਲੀਅਨਸ ਆਫ ਡਾਲਰਸ ਆ ਜਿਹੜੇ ਬੈਂਜਾਮਿਨ ਨੇਤਨਯਾਹੂ ਨੇ ਜਾਂ ਇਜ਼ਰਾਈਲ ਦੀ ਫੌਜ ਨੂੰ ਦਿੱਤੇ ਆ ਹੁਣ ਤੱਕ ਨਾ। ਪਰ ਅੱਜ ਇਜ਼ਰਾਈਲ ਦੀ ਫੌਜ ਆ, ਇਜ਼ਰਾਈਲ ਦਾ ਜਿਹੜਾ ਪ੍ਰਧਾਨ ਮੰਤਰੀ ਆ, ਉਹ ਅਮਰੀਕਾ ਦੀ ਗੱਲ ਸੁਣਨ ਨੂੰ ਹੀ ਰਾਜੀ ਨਹੀਂ ਹੈ ਨਾ। ਸੋ ਅਮਰੀਕਾ ਤੋਂ ਵੀ ਵੱਡਾ ਬਣਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰ ਰਿਹਾ ਹੈ ਵੀ ਉਹ ਸਾਡੇ ਹੱਥਾਂ ਚੋਂ ਕਹਿੰਦਾ ਵੀ ਨਿਕਲਦਾ ਜਾ ਰਿਹਾ ਹੈ ਨਾ। ਵੀ ਜਿਸ ਤਰ੍ਹਾਂ ਦਾ ਉਹ ਕਤਲੇਆਮ ਕਰ ਰਿਹਾ, 30-35 ਹਜ਼ਾਰ ਬੰਦਾ ਜਿਸ ਤਰ੍ਹਾਂ ਉਹਨੇ ਗਾਜ਼ਾ ਵਿੱਚ ਮਾਰ ਦਿੱਤਾ ਹੋਇਆ ਔਰ ਜਿਸ ਕਿਸਮ ਦੀ ਡਿਸਟਰਕਸ਼ਨ ਕਰ ਰਿਹਾ ਹੈ ਨਾ। ਸੋ ਇਹ ਕਹਿੰਦਾ ਵੀ ਸਾਡੀ ਇਹ ਫੋਰਨ ਪਾਲਿਸੀ ਦਾ ਆ ਜਿਹੜਾ ਮਿਲੀਟੈਰਿਜ਼ਮ ਆ, ਵੀ ਅਸੀਂ ਹਥਿਆਰਾਂ ਦੇ ਆਧਾਰ ਤੇ ਹੀ ਹਰੇਕ ਫੈਸਲੇ ਨੂੰ ਠੀਕ ਕਰਨ ਦਾ ਜਾਂ ਸਹੀ ਕਰਨ ਦਾ ਇੱਕ ਤਰ੍ਹਾਂ ਨਾਲ ਫੈਸਲਾ ਕਰਿਆ ਜਾਂ ਨੀਤੀ ਅਪਣਾਈ ਹੋਈ ਆ, ਵੀ ਉਹ ਸਾਡੇ ਲਈ ਗਲਤ ਆ, ਉਹ ਜਿਹੜੀ ਸਾਬਤ ਹੋ ਰਹੀ ਆ। ਫਿਰ ਉਹਨਾਂ ਨੇ ਲਗਾਤਾਰ ਪਿਛਲੀਆਂ ਅਤੀਤ ਦੀਆਂ 50-60 ਸਾਲਾਂ ਦਾ ਜਿਹੜਾ ਅਮਰੀਕਨ ਫੋਰਨ ਪਾਲਿਸੀ ਦੀਆਂ ਇਤਿਹਾਸਕ ਗਲਤੀਆਂ ਨੇ ਉਹਦੇ ਤੇ ਨਿਗਾਹ ਉਠਾਈ ਆ। ਉਹ ਕਹਿੰਦੇ ਵੀਅਤਨਾਮ ਦੀ ਜੰਗ ਆ, ਕੋਲਡ ਵਾਰ ਦੇ ਦੌਰਾਨ ਵੀਅਤਨਾਮ ਦੀ ਜੰਗ ਹੁੰਦੀ ਆ, ਅਸੀਂ ਕਮਿਊਨਿਜ਼ਮ ਨੂੰ ਖਤਮ ਕਰਨ ਲਈ ਇੱਕ ਵੱਡੀ ਜੰਗ ਆ ਜਿਹੜੀ ਵੀਅਤਨਾਮ ਚ ਕਰਦੇ ਆ, ਜਿਹਦੇ ਚ ਹੁੰਦਾ ਵੀ ਸਾਡੇ 58,000 ਫੌਜੀ ਮਾਰੇ ਜਾਂਦੇ ਆ ਹਨਾ, ਤੇ 3 ਮਿਲੀਅਨ ਵੀਅਤਨਾਮੀ ਸਿਟੀਜ਼ਨ ਆ ਜਿਹੜੇ ਉਹ ਮਾਰੇ ਜਾਂਦੇ ਹੈਗੇ। ਵੀ ਉਹਦਾ ਸਿੱਟਾ ਕੀ ਨਿਕਲਿਆ ਹਨਾ, ਵੀ ਕਿਤੇ ਵੀ ਤੁਸੀਂ ਦੇਖੋ ਵੀ ਕਮਿਊਨਿਜ਼ਮ ਦਾ ਜਿਹੜਾ ਹੋਊਗਾ ਵੀ ਉਸ ਤਰ੍ਹਾਂ ਭੋਗ ਨਹੀਂ ਪਿਆ। ਉਸ ਤੋਂ ਬਾਅਦ ਅਸੀਂ ਕੰਬੋਡੀਆ ਵਿੱਚ ਚਲੇ ਜਾਂਦੇ ਆ, ਪੋਲ ਪੌਟ ਦਾ ਜਿਹੜਾ ਹੈਗਾ ਸਾਰਾ ਸਿਸਟਮ ਆ ਉਹਨੂੰ ਕਢਾਉਣ ਲਈ ਉੱਥੇ ਸਾਡਾ ਕਿੰਨਾ ਬਿਲੀਅਨਸ ਆਫ ਡਾਲਰਸ ਲੱਗਦਾ ਹੈਗਾ, ਵੀ ਤੇ ਕਿੰਨੇ ਸਾਡੇ ਫੌਜੀ ਮਾਰੇ ਜਾਂਦੇ ਆ, ਕਿੰਨੇ ਲੰਮੇ ਸਮੇਂ ਤੱਕ ਜਿਹੜੀ ਸਾਡੀ ਫੌਜ ਆ ਉਹ ਅਨਗੇਜ ਰਹਿੰਦੀ ਹੈਗੀ ਆ। ਫਿਰ ਉਹ ਕਹਿੰਦਾ ਵੀ ਇਰਾਕ 'ਚ ਤੁਸੀਂ ਇਸ ਤਰ੍ਹਾਂ ਹੀ ਕਰਿਆ, ਵੀ ਇਰਾਕ 'ਚ
ਕਹਿੰਦਾ ਇੱਕ ਅੰਨੇ ਬੰਦੇ ਨੂੰ ਵੀ ਪਤਾ ਸੀਗਾ ਵੀ ਜਿਹੜਾ ਸਦਾਮ ਹੁਸੈਨ ਆ ਉਹਦੇ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਬਿਲਕੁਲ ਹੈ ਨਹੀਂ। ਤੁਸੀਂ ਝੂਠ ਦਾ ਪਲੰਦਾ ਖੜਾ ਕਰ ਕਰਕੇ ਜਾਰਜ ਬੁਸ਼ ਨੇ ਹਨਾ ਵੈਪਨਸ ਆਫ ਮਾਸ ਡਿਸਟਰਕਸ਼ਨ ਦੀਆਂ ਜਿਹੜੀ ਵੀ ਝੂਠੀਆਂ ਕਹਾਣੀਆਂ ਖੜੀਆਂ ਕਰ ਕਰਕੇ ਵੀ ਉਹ ਸਾਰਾ ਜਿਹੜਾ ਸਿਸਟਮ ਹੈ ਵੀ ਉਹਦੇ ਖਿਲਾਫ ਲੜਾਈ ਲੜੀ, ਲੱਭਿਆ ਕੁਝ ਵੀ ਨਹੀਂ। ਇੱਕ ਡੈਮੋਕ੍ਰੈਟਿਕਲੀ ਇਲੈਕਟਡ ਜਿਹੜੀ ਗਵਰਨਮੈਂਟ ਆ ਉਹਨੂੰ ਤੁਸੀਂ ਟੌਪਲ ਕਰ ਦਿੱਤਾ ਤੇ ਹੁਣ ਉੱਥੇ ਲਗਾਤਾਰ ਆ ਜਿਹੜੀ ਉਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਖਾਨਾ ਜੰਗੀ ਲੱਗੀ ਹੋਈ ਹੈ। ਸੋ ਇਸੇ ਦੌਰਾਨ ਹੀ ਫਿਰ ਉਹ ਅਫਗਾਨਿਸਤਾਨ ਦੀ ਗੱਲ ਕਰਦੇ ਆ ਵੀ ਅਫਗਾਨਿਸਤਾਨ ਵਿੱਚ ਲਗਭਗ $3 ਟ੍ਰਿਲੀਅਨ ਅਮਰੀਕਾ ਦਾ ਲੱਗਿਆ। ਲਗਭਗ 2 ਮਿਲੀਅਨ ਫੌਜੀ ਆ ਜਿਹੜੇ ਉੱਥੇ ਸਾਡੇ ਬੈਠੇ ਰਹੇ ਆ ਜਾ ਕੇ। ਤੇ ਅਸੀਂ 20-25 ਸਾਲਾਂ ਦੀ ਲੜਾਈ ਲੜਨ ਤੋਂ ਬਾਅਦ ਅਸੀਂ ਕੀ ਕਰਿਆ ਵੀ ਤਾਲਿਬਾਨ ਨੂੰ ਹਟਾ ਕੇ ਤਾਲਿਬਾਨ ਨੂੰ ਹੀ ਮੁੜ ਕੇ ਗੱਦੀ ਤੇ ਬਿਠਾਤਾ ਹਨਾ। ਸੋ ਉਹਨੇ ਜਿਹੜੀਆਂ ਇਹ ਫੋਰਨ ਪਾਲਿਸੀਜ਼ ਆ ਉਹ ਕਹਿੰਦੇ ਵੀ ਸਾਨੂੰ ਮਿਲੀਟੈਰਲਿਜ਼ਮ ਆ ਜਿਹੜਾ ਹਰੇਕ ਚੀਜ਼ ਦਾ ਜਿਹੜਾ ਜਵਾਬ ਆ ਉਹ ਮਿਲਟਰੀ ਆਪਰੇਸ਼ਨਸ ਜਾਂ CIA ਦੇ ਜਿਹੜੇ ਆਪਰੇਸ਼ਨਸ ਆ ਜਾਂ ਇਸ ਤਰ੍ਹਾਂ ਨਹੀਂ ਹੁੰਦਾ ਵੀ ਉਹਦੇ ਨਾਲ ਹੁੰਦਾ। ਕਹਿੰਦਾ ਵੀ ਤੁਹਾਡੀ ਕੰਟਰੀ ਆ ਆਈਸੋਲੇਟ ਹੋ ਰਹੀ ਆ ਵੀ ਤੁਸੀਂ ਇਹ ਨਹੀਂ ਹੈਗਾ ਵੀ ਪੂਅਰ ਕੰਟਰੀਜ਼ ਚੋਂ ਆਈਸੋਲੇਟ ਹੋ ਰਿਹਾ, ਤੁਹਾਨੂੰ ਅਮੀਰ ਜਾਂ ਵੈਸਟਰਨ ਵਰਗ ਵਿੱਚੋਂ ਵੀ ਤੁਸੀਂ ਆਈਸੋਲੇਟ ਹੋ ਰਿਹਾ। ਜਿਹੜਾ ਯੂਰਪ ਆ ਉਹ ਆਪਣੇ ਰਸਤੇ ਕਿਤੇ ਨਾ ਕਿਤੇ ਤੁਰਦਾ ਕਈ ਵਾਰੀ ਆ ਜਿਹੜਾ ਨਜ਼ਰ ਆਉਂਦਾ ਵੀ ਤੁਹਾਡੀ ਉਹ ਇੰਨੀ ਗੱਲ ਨਹੀਂ ਮੰਨਦਾ। ਖਾਸ ਕਰਕੇ ਯੂਕਰੇਨ ਵਾਰ ਦੇ ਸੰਦਰਭ ਵਿੱਚ ਉਹਨਾਂ ਨੇ ਇਸ਼ਾਰਾ ਜਾਂ ਜਿਹੜੀ ਜਿਹੜਾ ਹੈਗਾ ਉਹ ਦੇਣ ਦੀ ਕੋਸ਼ਿਸ਼ ਕਰੀ ਆ ਵੀ ਕਾਫੀ ਸਾਰੀਆਂ ਇਸ ਤਰ੍ਹਾਂ ਦੀਆਂ। ਉਹ ਕਹਿੰਦਾ ਵੀ ਸਾਨੂੰ ਸਭ ਤੋਂ ਪਹਿਲਾਂ ਹੁਣ ਇਸ ਵੇਲੇ ਜਿਹੜਾ ਬੈਂਜਾਮਿਨ ਨੇਤਨਯਾਹੂ ਆ ਵੀ ਉਹਨੂੰ ਕਾਬੂ ਕਰਨਾ ਚਾਹੀਦਾ, ਉਹਨੂੰ ਰਿਪਲੇਸ ਕਰੋ ਇੱਕਦਮ। ਉਹਦੀ ਜਗ੍ਹਾ ਕੋਈ ਡੈਮੋਕ੍ਰੈਟਿਕਲੀ ਇਲੈਕਟਡ ਜਿਹੜਾ ਪ੍ਰਾਈਮ ਮਿਨਿਸਟਰ ਆ ਜਿਹੜਾ ਵੈਸਟਰਨ ਐਲੀਟ ਜਾਂ ਵੈਸਟਰਨ ਫੋਰਨ ਪਾਲਿਸੀਜ਼ ਨਾਲ ਮਿਲ ਕੇ ਚੱਲਦਾ ਹੋਵੇ ਉਹਨੂੰ ਲਿਆਉਣਾ ਚਾਹੀਦਾ ਹੈਗਾ। ਵੀ ਇਸ ਤਰ੍ਹਾਂ ਦਾ ਜਿਹੜਾ ਸਾਨੂੰ ਹਿਊਮੈਨਿਟੇਰੀਅਨ ਫੇਸ ਹੈਗਾ ਵੀ ਉਹਨੂੰ ਸਾਹਮਣੇ ਲਿਆ ਕੇ ਹੀ ਜਿਹੜੀ ਗੱਲਬਾਤ ਹੈ ਉਹ ਅੱਗੇ ਵਧਾਉਣੀ ਚਾਹੀਦੀ ਹੈ। ਸੋ ਇਹ ਜਿਹੜਾ ਬਰਨੀ ਸੈਂਡਰਸ ਨੇ ਆਪਣਾ ਇਨੀਸ਼ੀਅਲ ਆਰਟੀਕਲ ਦਾ ਜਿਹੜਾ ਪਹਿਲਾ ਫੇਜ਼ ਆ ਉਹਦੇ ਵਿੱਚ ਇਹ ਗੱਲਾਂ ਕਰੀਆਂ ਨੇ ਵੀ ਸਾਨੂੰ ਇਹ ਕਰਨਾ ਚਾਹੀਦਾ ਵੀ ਅਸੀਂ ਹਿਊਮਨ ਰਾਈਟਸ ਦੀਆਂ ਵੈਲਿਊਜ਼ ਤੇ ਉਹਨਾਂ ਨੂੰ ਅੱਗੇ ਵਧਾਉਣ ਵਾਲੀ ਜਿਹੜੀ ਫੋਰਨ ਪਾਲਿਸੀ ਆ ਉਹ ਲੈ ਕੇ ਆਈ। ਸੋ ਬਿਲਕੁਲ ਜਦੋਂ ਹੁਣ ਆਪਾਂ ਅਵਤਾਰ ਸਿੰਘ ਜੀ ਗੱਲ ਕਰ ਰਹੇ ਹਾਂ ਤਾਂ ਆਪਾਂ ਦੇਖ ਰਹੇ ਹਾਂ ਵੀ ਆ ਵਰਲਡ ਕਿਚਨ ਵਾਲਿਆਂ ਦੇ ਉੱਤੇ ਜਿਹੜੇ ਰਾਹਤ ਕਾਰਜ ਕਰਨਾ ਹੈ ਲੋਕਾਂ ਦੇ ਉੱਤੇ ਬੰਬ ਸਿੱਟ ਦਿੱਤਾ। 7 ਬੰਦੇ ਉਹਨਾਂ ਦੇ ਜਿਹੜੇ ਇਹਨਾਂ ਨੇ ਇਹ ਮਾਰ ਦਿੱਤੇ। ਪਿਛਲੀ ਵਾਰ ਜਦੋਂ ਆਪਾਂ ਗੱਲ ਕਰ ਰਹੇ ਸੀ ਨੇਤਨਯਾਹੂ ਦਾ ਇਤਿਹਾਸ ਦੇ ਵਿੱਚ ਆਪਾਂ ਗਏ ਵੀ ਕਿੱਦਾਂ ਇਹਨਾਂ ਦੀਆਂ ਚਾਪਲੂਸੀਆਂ ਕਰਕੇ ਉੱਤੇ ਤਾਂ ਆਇਆ, ਹੁਣ ਇਹਨਾਂ ਨੂੰ ਹੀ ਅੱਖਾਂ ਜਿਹੜੀਆਂ ਉਹ ਇਹ ਦਿਖਾ ਰਿਹਾ। ਚੱਕ ਸ਼ੂਮਰ ਹੋ ਗਏ, ਜੋ ਬਾਈਡਨ ਹੋ ਗਏ, ਉਹਨਾਂ ਨੇ ਨੇਤਨਯਾਹੂ ਨੂੰ ਕਈ ਕੁਝ ਕਿਹਾ ਪਰ ਉਹ ਟਸ ਤੋਂ ਮਸ ਨਹੀਂ ਹੋ ਰਿਹਾ। ਸੋ ਬਰਨੀ ਸੈਂਡਰਸ ਉਹਨਾਂ ਦਾ ਫੋਰਨ ਪਾਲਿਸੀ ਦੇ ਉੱਤੇ ਇਹ ਅਮਰੀਕਨ ਫੋਰਨ ਪਾਲਿਸੀ ਨੂੰ ਲੈ ਕੇ ਇਹ ਅਹਿਮ ਜਿਹੜੀ ਇੱਕ ਗੱਲਬਾਤ ਉਹ ਸਾਹਮਣੇ ਆਈ ਆ। ਇਸੇ ਦੇ ਵਿੱਚ ਬਰਨੀ ਸੈਂਡਰ ਅੱਗੇ ਜਾ ਕੇ ਇਹ ਵੀ ਗੱਲ ਜਿਹੜੀ ਉਹ ਕਰ ਰਹੇ ਆ ਅਮਰੀਕਾ ਦੀਆਂ ਆਰਥਿਕ ਨੀਤੀਆਂ ਦੇ ਉੱਤੇ ਵੀ ਸਵਾਲ ਜਿਹੜੇ ਆ ਉਹ ਉਹਨਾਂ ਨੇ ਜਿਹੜੇ ਉਹ ਚੁੱਕੇ ਆ। ਕੀ ਹੈ ਇਸ ਦੇ ਉੱਤੇ ਆਪਾਂ ਕੀ ਸੋਚਦੇ ਆ? ਹਾਂਜੀ ਉਹ ਕਹਿੰਦਾ ਵੀ ਆਰਥਿਕ ਨੀਤੀਆਂ ਵੀ ਸਾਡੀਆਂ ਜਿਹੜੀਆਂ ਹੈਗੀਆਂ ਉਹ ਇੰਬੈਲੈਂਸਡ ਹੈਗੀਆਂ ਨਾ ਵੀ ਅਸੀਂ ਜਿਹੜੀ ਕਿਉਂਕਿ ਕਹਿੰਦੇ ਵੀ ਆਰਥਿਕ ਨੀਤੀ ਫੋਰਨ ਪਾਲਿਸੀ ਦਾ ਇੱਕ ਹਿੱਸਾ ਹੁੰਦੀ ਹੈਗੀ ਆ। ਸੋ ਇਕਨੋਮਿਕ ਪਾਲਿਸੀ ਐਂਡ ਫੋਰਨ ਪਾਲਿਸੀ ਆ ਜਿਹੜੀ ਸਾਡੀ ਇੱਕ ਤਰ੍ਹਾਂ ਨਾਲ ਸਾਂਝੀ ਚੱਲਦੀ ਆ, ਬਹੁਤੇ ਮੁਲਕਾਂ ਦੀਆਂ ਉਹ ਸਾਂਝੀਆਂ ਚੱਲਦੀਆਂ ਹੈਗੀਆਂ ਨੇ ਨਾ। ਸੋ ਉਸ ਕਰਕੇ ਉਹ ਕਹਿੰਦਾ ਵੀ ਹੁਣ ਸਾਡੀ ਜਿਹੜੀ ਆਰਥਿਕ ਨੀਤੀ ਹੈਗੀ ਆ ਉਹ ਬਿਲਕੁਲ ਅਸਾਮੀ ਚੱਲ ਰਹੀ ਹੈਗੀ ਆ। ਹੁਣ ਡੋਨਲਡ ਟਰੰਪ ਆ, ਕਹਿੰਦਾ ਡੋਨਲਡ ਟਰੰਪ ਆਏ ਸੀ, ਡੋਨਲਡ ਟਰੰਪ ਨੇ ਬਹੁਤ ਸਾਰੇ ਕੰਟਰੋਵਰਸ਼ੀਅਲ ਫੈਸਲੇ ਕਰੇ ਹਨਾ। ਸੋ ਮਿਡਲ ਈਸਟ ਬਾਰੇ, ਚਾਈਨਾ ਬਾਰੇ ਹਨਾ, ਤੇ ਇਸ ਤਰ੍ਹਾਂ ਦੇ ਨਾਰਥ ਕੋਰੀਆ ਬਾਰੇ, UAE ਨਾਲ ਜਿਹੜੇ ਰਿਲੇਸ਼ਨ ਆ ਉਹਨਾਂ ਬਾਰੇ ਹਨਾ। ਹੁਣ ਕਹਿੰਦਾ ਵੀ ਚੀਨ ਨਾਲ ਕਹਿੰਦਾ ਵੀ ਸਾਡੇ ਕਾਰਪੋਰੇਟ ਆ ਜਿਹੜੇ ਅਮਰੀਕਨ ਕਾਰਪੋਰੇਟਸ ਆ ਉਹ ਚੀਨ ਨਾਲ ਕਹਿੰਦਾ ਵੀ ਅਮਰੀਕਾ ਫੋਰਨ ਪਾਲਿਸੀ ਦੇ ਮਾਮਲੇ ਤੇ ਕਹਿ ਰਿਹਾ ਵੀ ਚੀਨ ਸਾਡੇ ਲਈ ਥ੍ਰੈਟ ਆ, ਪਰ ਜਿਹੜੇ ਕਾਰਪੋਰੇਟਸ ਆ ਉਹ ਚੀਨ ਨਾਲ ਵਪਾਰ ਕਰਨਾ ਚਾਹੁੰਦੇ ਆ। ਉਹ ਲਗਾਤਾਰ ਜਿਹੜੀਆਂ ਉੱਥੇ ਵਪਾਰ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਭਾਲ ਰਹੇ ਹੈਗੇ ਆ। ਹੁਣ ਕਹਿੰਦਾ ਵੀ ਜਿਹੜਾ ਕਾਰਪੋਰੇਟਸ ਦਾ ਮੋਹ ਪਿਆ ਹੋਇਆ ਅਮਰੀਕਨ ਚੀਨ ਨਾਲ ਵੀ ਜਿਹੜਾ ਉਹ ਵਨ ਸਾਈਡਡ ਜਾਂ ਵਨ ਹੈਂਡਡਲੀ ਚੀਨ ਨਾਲ ਰਿਲੇਸ਼ਨ ਬਣਾ ਰਿਹਾ, ਉਹਨੇ ਸਾਡੀਆਂ ਆਪਣੀਆਂ ਜਿਹੜੀਆਂ ਘਰੇਲੂ ਨੀਤੀਆਂ ਸੀ ਉਹਦੇ ਤੇ ਕਿੰਨਾ ਵੱਡਾ ਫਰਕ ਪਾਇਆ। ਉਹ ਕਹਿੰਦੇ ਵੀ 40,000 ਫੈਕਟਰੀਆਂ ਜਿਹੜੀਆਂ ਅਮਰੀਕਾ ਵਿੱਚ ਬੰਦ ਹੋ ਚੁੱਕੀਆਂ। ਸੋ ਸਾਡਾ ਚੀਨ ਤੇ ਰਿਲਾਇੰਸ ਹੋਣ ਨਾਲ ਵੀ ਸਾਡਾ ਘਰੇਲੂ ਉਤਪਾਦ ਆ ਜਿਹੜਾ ਸਾਡੀਆਂ ਜੌਬਸ ਆ ਜਿਹੜੀਆਂ ਲਾਸ ਹੋ ਚੁੱਕੀਆਂ। ਇਹਨਾਂ 40,000 ਫੈਕਟਰੀਆਂ ਤੇ ਹੋਰ ਬਿਜ਼ਨਸ ਜਿਹੜੇ ਅਫੈਕਟ ਹੋਏ ਉਹਦੇ ਨਾਲ 2 ਮਿਲੀਅਨ ਜਿਹੜੇ ਵਰਕਰਸ ਆ ਉਹ ਜੌਬਲੈਸਨੈਸ ਹੋ ਗਈ ਹੋਈ ਆ। ਵੀ ਸਾਡੀਆਂ ਜਿਹੜੀਆਂ ਇਹ ਫੋਰਨ ਪਾਲਿਸੀ ਨਾਲ ਜਦੋਂ ਅਸੀਂ ਇਕਨੋਮਿਕ ਪਾਲਿਸੀ ਨੂੰ ਐਮਬੈਡਡ ਕਰ ਦਿੰਦੇ ਹੈਗੇ ਆ ਫੋਰਨ ਪਾਲਿਸੀ ਨਾਲ ਵੀ ਜੋ ਕੁਝ ਫੋਰਨ ਪਾਲਿਸੀ ਦੀ ਪਾਲਿਸੀ ਮੇਕਿੰਗ ਚੱਲ ਰਹੀ ਆ ਵੀ ਉਹਦੇ ਹਿਸਾਬ ਨਾਲ ਅਸੀਂ ਇਕੋਨਮੀ ਨੂੰ ਚਲਾਉਂਦੇ ਆ, ਘਰੇਲੂ ਇਕੋਨਮੀ ਨੂੰ, ਤਾਂ ਉਹ ਕਹਿੰਦਾ ਵੀ ਇੰਬੈਲੈਂਸ ਆ ਜਿਹੜਾ ਕ੍ਰੀਏਟ ਹੁੰਦਾ। ਸੋ ਇਸ ਇੰਬੈਲੈਂਸ ਨੂੰ ਖਤਮ ਕਰਨ ਲਈ ਸਾਨੂੰ ਜਿਹੜਾ ਹੈਗਾ
ਪ੍ਰੋ ਪੀਪਲ, ਪ੍ਰੋ ਵਰਕਰਸ ਤੇ ਪ੍ਰੋ ਕਾਰਪੋਰੇਟ ਵੀ ਚਾਹੇ ਹੋਵੋ, ਪਰ ਤੁਹਾਨੂੰ ਪ੍ਰੋ ਪੀਪਲ ਐਂਡ ਪ੍ਰੋ ਵਰਕਰਸ ਦੀ ਜਿਹੜੀਆਂ ਪਾਲਿਸੀਆਂ ਨੇ ਉਹ ਹੋਣੀਆਂ ਚਾਹੀਦੀਆਂ, ਜਿਹਦੇ ਵਿੱਚ ਹਿਊਮਨ ਰਾਈਟਸ ਦੀਆਂ ਵੈਲਿਊਜ਼ ਵੀ ਪ੍ਰੈਵਲੈਂਟ ਹੋਣ। ਉਹ ਕਹਿੰਦਾ ਵੀ ਹੁਣ ਹਿਊਮਨ ਰਾਈਟਸ ਤੇ ਵੀ ਅਸੀਂ ਚੀਨ ਤੇ ਦੋਸ਼ ਲਾ ਰਹੇ ਹਾਂ ਵੀ ਚੀਨ ਜਿਹੜਾ ਉਗੀਹਰ ਮੁਸਲਮਾਨਾਂ ਤੇ ਜਿਹੜੀਆਂ ਉਹ ਤਸ਼ੱਦਦ ਕਰ ਰਿਹਾ ਨਾ, ਵੀ ਅਸੀਂ ਸਿਰਫ ਚੀਨ ਤੇ ਹੀ ਉਹ ਨਿਸ਼ਾਨਾ ਸਾਧਿਆ ਹੋਇਆ। ਚੀਨ ਤੋਂ ਬਿਨਾਂ ਸਾਊਦੀ ਅਰਬ ਆ, ਯੂਨਾਨ ਆ, ਇੰਡੀਆ ਹੈ, ਇਜ਼ਰਾਈਲ ਆ, ਪਾਕਿਸਤਾਨ ਆ, UAE ਆ, ਕਹਿੰਦਾ ਇਹ ਸਾਰੇ ਮੁਲਕਾਂ ਵਿੱਚ ਹਿਊਮਨ ਰਾਈਟਸ ਦੀਆਂ ਜਿਹੜੀਆਂ ਵਾਇਲੇਸ਼ਨਸ ਹੁੰਦੀਆਂ, ਪਰ ਅਸੀਂ ਪਿਕ ਐਂਡ ਚੂਜ਼ ਕਰ ਰਹੇ ਹੈਗੇ ਵੀ ਸਾਰਿਆਂ ਨੂੰ ਇੱਕੋ ਰਸਤੇ ਨਹੀਂ ਬਣਦੇ, ਪਿਕ ਕਰਦੇ ਆ ਵੀ ਕਿਹਨੂੰ ਨਿਸ਼ਾਨੇ ਤੇ ਲੈਣਾ। ਹੁਣ UAE ਵਿੱਚ ਕਹਿੰਦਾ ਵੀ ਇੰਨਾ ਜ਼ਿਆਦਾ ਉਹ ਹਿਊਮਨ ਰਾਈਟਸ ਦੀਆਂ ਜਿਹੜੀਆਂ ਵੈਲਿਊਜ਼ ਦਾ ਘਾਣ ਹੁੰਦਾ, ਸਾਡੇ ਉਹਦੇ ਨਾਲ ਕਿੰਨੇ ਚੰਗੇ ਸੰਬੰਧ ਆ। ਉਹਨੇ ਪੱਤਰਕਾਰ ਖਸ਼ੋਗੀ ਦਾ ਜ਼ਿਕਰ ਕਰਿਆ ਵੀ ਉਹਦਾ ਉਹ ਕੌਂਸੂਲੇਟ ਵਿੱਚ ਗਿਆ ਉੱਥੇ UAE ਦੇ, ਤੇ ਮੁੜ ਕੇ ਉਹਦੇ ਟੁਕੜਿਆਂ ਵਿੱਚ ਕੀਤੀ ਹੋਈ ਲਾਸ਼ ਹੀ ਬਾਹਰ ਆਈ ਆ ਜਿੱਦਾਂ ਨਾ, ਵੀ ਇਸ ਤਰ੍ਹਾਂ ਦਾ ਜਿਹੜਾ ਇੱਕ ਘਿਨਾਉਣੇ ਜਿਹੜੇ ਪੋਲੀਟੀਸ਼ੀਅਨ ਆ ਜਿਹੜੇ ਰਾਜ ਕਰ ਰਹੇ ਹੈਗੇ। ਇੰਡੀਆ ਦਾ ਉਹਨਾਂ ਨੇ ਜ਼ਿਕਰ ਕਰਿਆ ਵੀ ਇੰਡੀਆ ਵਿੱਚ ਹਿਊਮਨ ਰਾਈਟਸ ਦੀਆਂ ਵੈਲਿਊਜ਼ ਬਹੁਤ ਜ਼ਿਆਦਾ ਘਾਣ ਹੋ ਰਿਹਾ। ਇਜ਼ਰਾਈਲ ਦਾ ਜ਼ਿਕਰ ਕਰਿਆ ਹੈਗਾ, ਪਾਕਿਸਤਾਨ ਦਾ ਜ਼ਿਕਰ ਕਰਿਆ ਵੀ ਉੱਥੇ ਹਿਊਮਨ ਰਾਈਟਸ ਦੀਆਂ ਵੈਲਿਊਜ਼ ਆ ਜਿਹੜੀਆਂ ਉਹਨਾਂ ਨੂੰ ਕਿਸ ਤਰ੍ਹਾਂ ਦੱਬਿਆ ਘਸੋੜਿਆ ਜਾ ਰਿਹਾ, ਹੱਕਾਂ ਨੂੰ ਮਾਰਿਆ ਜਾ ਰਿਹਾ। ਪਰ ਅਸੀਂ ਉਹਨਾਂ ਮੁਲਕਾਂ ਨਾਲ ਆਪਣੀਆਂ ਜਿਹੜੀਆਂ ਹੈਗੀਆਂ ਸਟ੍ਰੈਟੇਜਿਕ ਅਲਾਇੰਸ ਤੇ ਇਕਨੋਮਿਕ ਅਲਾਇੰਸ ਬਣਾ ਕੇ ਰੱਖੇ ਹੋਏ, ਪਰ ਚੀਨ ਨੂੰ ਸਿੰਗਲ ਆਊਟ ਕਰ ਰਹੇ ਹੈਗੇ ਹਨ। ਸੋ ਸਾਡਾ ਜਿਹੜਾ ਇਹ ਬੈਲੈਂਸਡ ਅਪਰੋਚ ਚਾਹੀਦੀ ਆ ਫੋਰਨ ਪਾਲਿਸੀ ਵਿੱਚ, ਤਾਂ ਹੀ ਅਮਰੀਕਾ ਦੀ ਜਿਹੜੀ ਸੁਪਰਮੇਸੀ ਆ ਜਾਂ ਜਿਹੜੀ ਉਹਦੀ ਸੁਪਰ ਪਾਵਰ ਵਾਲਾ ਜਿਹੜਾ ਉਹਦਾ ਇੱਕ ਤਰ੍ਹਾਂ ਨਾਲ ਬਣਿਆ ਹੋਇਆ ਦਬ ਦਬਾਅ ਤਾਂ ਹੀ ਕਾਇਮ ਰਹੂਗਾ ਜੇ ਅਸੀਂ ਬੈਲੈਂਸਡ ਪਾਲਿਸੀਆਂ ਜਿਹੜੀਆਂ ਉਹ ਲੈ ਕੇ ਜਾਵਾਂਗੇ। ਇਹ ਉਹਨਾਂ ਨੇ ਆਖਿਆ ਹੈ। ਜੀ ਬਿਲਕੁਲ। ਅਗਲੀ ਇਸ ਦੇ ਵਿੱਚ ਅਵਤਾਰ ਸਿੰਘ ਜੀ ਗੱਲ ਜਿਹੜੀ ਇਹਨਾਂ ਨੇ ਕੀਤੀ, ਚਲੋ ਇਹ ਆਰਥਿਕ ਨੀਤੀ ਨੂੰ ਲੈ ਕੇ ਗੱਲ ਕਰਦੇ ਆ, ਤੇ ਸੈਂਟਰ ਕਿਹੋ ਜੀ ਚਾਹੁੰਦੇ ਆ, ਇਹ ਆਪਣੇ ਲੇਖ ਦੇ ਵਿੱਚ ਕੀ ਕਹਿੰਦੇ ਆ ਵੀ ਕਿਹੋ ਜੀ ਆਰਥਿਕ ਤੇ ਸਿਆਸੀ ਨੀਤੀ ਚਾਹੁੰਦੇ ਕਿੱਦਾਂ ਦੀ ਹੈ? ਉਹ ਕਹਿੰਦੇ ਵੀ ਹੁਣ ਸਾਡੀ ਇਕਨੋਮੀ ਆ ਜਿਹੜੀ ਸਾਡੀ ਇਕਨੋਮੀ, ਕਿਉਂਕਿ ਅਸੀਂ ਪ੍ਰੋ ਕਾਰਪੋਰੇਟ ਹੋਏ ਹੋਏ ਆ, ਸੋ ਕਾਰਪੋਰੇਟ ਨੂੰ ਅਸੀਂ ਬਹੁਤਾ ਪੁੱਛਦੇ ਦੱਸਦੇ ਨੇ ਵੀ ਉਹ ਕਰਦੇ ਕੀ ਆ ਨਾ, ਉਹਨਾਂ ਦੇ ਕੋਈ ਟੈਬ ਨਹੀਂ ਹੈਗੀ। ਉਹਨਾਂ ਨੇ ਜਿਹੜੇ ਵਰਲਡ ਵਿੱਚ ਕੁਝ ਮੁਲਕ ਹੈਗੇ ਨੇ ਟੈਕਸ ਹੇਵਨਸ ਆ ਜਿਹੜੇ, ਉਹਨਾਂ ਟੈਕਸ ਹੇਵਨਸ ਵਿੱਚ ਆਪਣੀਆਂ ਜਿਹੜੀ ਮਨੀ ਲੁਕੋਈ ਹੋਈ ਆ ਨਾ। ਸੋ ਉਹ ਕਹਿੰਦੇ ਵੀ ਮੇਰੇ ਹਿਸਾਬ ਨਾਲ 21 ਤੋਂ ਲੈ ਕੇ 32 ਟ੍ਰਿਲੀਅਨ ਡਾਲਰ ਆ ਜਿਹੜੇ ਉਹ ਅਮਰੀਕਾ ਦੇ ਜਿਹੜੇ ਡਾਲਰ ਹੈਗੇ ਨੇ, 32 ਟ੍ਰਿਲੀਅਨ ਡਾਲਰ ਉਹ ਟੈਕਸ ਹੈਵਨਸ ਵਿੱਚ ਪਏ ਆ। ਉਹ ਕਿਸੇ ਸਰਕੂਲੇਸ਼ਨ ਵਿੱਚ ਨਹੀਂ ਹੈਗੀ ਮਨੀ, ਕਿਉਂਕਿ ਅਮੀਰਾਂ ਦੇ ਹੰਕਾਰ ਨੂੰ ਇਹ ਰੱਖਣ ਲਈ ਵੀ ਮੈਂ ਅਮੀਰ ਆ, ਉਹਨਾਂ ਦੇ ਹੰਕਾਰ ਨੂੰ ਪੱਠੇ ਪਾਉਣ ਲਈ ਉਹ ਮਨੀ ਨੇ ਉੱਥੇ ਗਲ ਜਾਣਾ, ਉਹਨੇ ਸੜ ਜਾਣਾ। ਉਹ ਆਮ ਲੋਕਾਂ ਦੇ ਜੇ ਸਾਡੀਆਂ ਬੈਂਕਾਂ ਵਿੱਚ ਹੋਊਗੀ, ਬੈਂਕਿੰਗ ਸਿਸਟਮ 'ਚ ਉਹ ਮੌਰਗੇਜਸ ਦੇ ਦੇਣਗੇ, ਲੋਨਸ ਦੇ ਦੇਣਗੇ, ਮਨੀ ਆਈ ਜਾਂਦੀ ਆ ਜਾਈ ਜਾਂਦੀ ਆ, ਤੇ ਇੰਸ਼ੋਰੈਂਸ ਕੰਪਨੀਆਂ ਨੂੰ ਜਾਂ ਹੋਰ ਕਿੰਨਾ ਕੁਛ ਹੈ। ਜੇ ਮਨੀ ਤੁਹਾਡੇ ਆਪਣੀ ਕੰਟਰੀ ਵਿੱਚ ਰਹਿੰਦੀ ਆ ਉਹ ਰਿਵੋਲਵ ਹੁੰਦੀ ਆ। ਹੁਣ ਟੈਕਸ ਹੇਵਨਸ ਵਿੱਚ ਮਨੀ ਚਲੇ ਗਈ ਆ, 21 ਤੋਂ ਲੈ ਕੇ 32 ਟ੍ਰਿਲੀਅਨ ਡਾਲਰ ਤੱਕ ਟੈਕਸ ਹੇਵਨ ਵਿੱਚ ਪਈ। ਅਸੀਂ ਕਿਸੇ ਵੀ ਕਾਰਪੋਰੇਟ ਦਾ ਜਿਹੜੀ ਬਾਹ ਨਹੀਂ ਮਰੋੜ ਸਕੇ ਵੀ ਉਹ ਪੈਸੇ ਵਾਪਸ ਲੈ ਕੇ ਆਈਏ। ਉਹ ਕਹਿੰਦਾ ਵੀ ਗੱਲਾਂ ਅਸੀਂ ਕਰਦੇ ਆ ਅਮਰੀਕਾ ਫਸਟ ਦੀਆਂ ਨਾ, ਵੀ ਇੰਨਾ ਜ਼ਿਆਦਾ ਆ ਜਿਹੜਾ ਸਾਡਾ ਆਪਣਾ ਜਿਹੜਾ ਪੈਸਾ ਹੈ ਉਹ ਸਾਡੇ ਮੁਲਕਾਂ ਤੋਂ ਬਾਹਰ ਜਾ ਰਿਹਾ ਹੈ। ਵੀ ਇਸ ਕਰਕੇ ਇਹ ਸਾਡੇ ਜਿਹੜੇ ਇੱਕ ਤਾਂ ਟੈਕਸ ਹੇਵਨਸ ਤੇ ਜਿਹੜੀਆਂ ਸਾਡੀਆਂ ਟੈਬਸ ਲੱਗਣੀਆਂ ਚਾਹੀਦੀਆਂ, ਕਾਰਪੋਰੇਟਸ ਨੂੰ ਅਕਾਊਂਟੇਬਲ ਬਣਾਉਣਾ ਚਾਹੀਦਾ ਹੈਗਾ, ਤੇ ਦੂਜਾ ਵੀ ਜਿਹੜੀਆਂ ਸਾਡੀਆਂ ਫੈਕਟਰੀਆਂ ਜਾਂ ਸਾਡਾ ਇੰਡਸਟਰੀ ਹੈਗੀ ਆ ਉਹ ਪ੍ਰੋ ਪੀਪਲ ਹੋਣੀ ਚਾਹੀਦੀ ਹੈ, ਤੇ ਸਾਡੀ ਇਕਨੋਮੀ ਐਜੂਕੇਸ਼ਨ ਦੇ ਵਿਸਥਾਰ ਲਈ, ਜੌਬਲੈਸਨੈਸ ਨੂੰ ਘੱਟ ਕਰਨ ਲਈ, ਜੌਬਸ ਕ੍ਰੀਏਟ ਕਰਨ ਲਈ, ਤੇ ਪੂਅਰ ਪੀਪਲ ਦੀ ਬਾਹ ਫੜਨ ਲਈ ਜਿਹੜੀ ਆ ਇਕਨੋਮੀ ਦਾ ਜਿਹੜਾ ਢਾਂਚਾ ਸਾਡੀ ਫੋਰਨ ਪਾਲਿਸੀ ਐਂਡ ਇਕਨੋਮਿਕ ਪਾਲਿਸੀ ਆ। ਸੋ ਫੋਰਨ ਪਾਲਿਸੀ ਹਿਊਮਨ ਰਾਈਟਸ ਵੈਲਿਊਜ਼ ਨੂੰ ਅਪਹੋਲਡ ਕਰਨ ਵਾਲਿਆਂ ਨਾਲ ਪੋਜ਼ਿਟਿਵ ਅਪਰੋਚ ਵਾਲੀ ਹੋਣੀ ਚਾਹੀਦੀ ਆ, ਤੇ ਜਿਹੜੀ ਇਕਨੋਮਿਕ ਪਾਲਿਸੀ ਹੈਗੀ ਆ ਉਹ ਸਾਡੀ ਗਰੀਬ ਮੁਲਕਾਂ ਨੂੰ, ਗਰੀਬ ਲੋਕਾਂ ਨੂੰ, ਜਾਂ ਆਪਣੇ ਮੁਲਕ ਵਿੱਚ ਵੀ ਜਿਹੜੇ ਪਾਵਰਟੀ ਲਾਈਨ ਤੇ ਬੰਦੇ ਰਹਿ ਰਹੇ ਆ ਉਹਨਾਂ ਲਈ ਓਪਰਚੁਨਿਟੀਜ਼ ਕ੍ਰੀਏਟ ਕਰਨ ਲਈ, ਜਿਹੜੇ ਨੌਜਵਾਨ ਪਰਿਵਾਰਾਂ ਦੀ ਜਿਹੜੀ ਸੈਪਰੇਸ਼ਨ ਆ ਉਹਦੇ ਕਰਕੇ ਬਹੁਤ ਸਾਰਾ ਕ੍ਰਾਈਮ ਮੈਂਟੈਲਿਟੀਜ਼ ਵਿੱਚ ਚਲੇ ਗਏ ਨੇ, ਜਾਂ ਉਹਨਾਂ ਦਾ ਜਿਹੜੀ ਨੋਟੀਨੈਸ ਆਈ ਹੋਈ ਆ, ਜਾਂ ਮਤਲਬ ਕਿ ਉਹ ਅਪਸੈਟ ਨੇ। ਸੋ ਉਹਨਾਂ ਨੌਜਵਾਨਾਂ ਨੂੰ, ਉਹਨਾਂ ਯੂਥ ਨੂੰ ਆਪਾਂ ਕ੍ਰੀਏਟਿਵ ਵਰਕਿੰਗ 'ਚ ਇੱਕ ਸਿਸਟਮ ਕ੍ਰੀਏਟ ਕਰਕੇ ਉਹਨਾਂ ਦੀ ਕਾਉਂਸਲਿੰਗ ਦਾ ਜਾਂ ਸਾਰਾ ਕੁਝ ਵੀ ਉਹਨੂੰ ਆਪਾਂ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਚੰਗੇ ਸਿਵਲਾਈਜ਼ਡ ਇਨਸਾਨ ਬਣਾਉਣ ਦਾ ਜਿਹੜਾ ਯਤਨ ਕਰਨਾ ਚਾਹੀਦਾ। ਵੀ ਸਾਡੀ ਇਕਨੋਮਿਕ ਪਾਲਿਸੀ ਪ੍ਰੋ ਵਰਕਰ ਹੋਣੀ ਚਾਹੀਦੀ ਆ, ਤੇ ਫੋਰਨ ਪਾਲਿਸੀ ਪ੍ਰੋ ਹਿਊਮਨ ਰਾਈਟਸ ਆ ਜਿਹੜੀ ਹੋਣੀ ਚਾਹੀਦੀ ਹੈ। ਇਹ ਬਰਨੀ ਸੈਂਡਰਸ ਨੇ ਆਪਣੇ ਆਰਟੀਕਲ ਵਿੱਚ ਜਿਹੜਾ ਇਹ ਲਿਖਿਆ। ਅਮਰੀਕਾ ਜਿੱਦਾਂ ਆਪਾਂ ਜਦੋਂ ਤੁਸੀਂ ਵੀ ਦੱਸ ਰਹੇ ਆ, ਇਹ ਵੀ ਜ਼ਿਕਰ ਕਰਦੇ ਆ ਬਰਨੀ ਸੈਂਡਰਸ ਵੀ, ਕੈਪੀਟਲਿਜ਼ਮ ਤੇ ਸੋਸ਼ਲਿਜ਼ਮ ਦਾ ਇੱਥੇ ਲੜਾਈ ਆ। ਸੋਸ਼ਲਿਜ਼ਮ ਨੂੰ ਬਹੁਤ ਹੀ ਮਾੜਾ ਤੌਰ ਦੇ ਉੱਤੇ ਇੱਥੇ ਦੇਖਿਆ ਜਾਂਦਾ ਜਦੋਂ ਤੁਸੀਂ ਕੈਪੀਟਲਿਜ਼ਮ ਦੀਆਂ ਐਨਕਾਂ ਲਾਈਆਂ ਜਾਂਦੀਆਂ ਆ,
ਇਹੀ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਪਾੜਾ ਵਧਾ ਵੀ ਰਿਹਾ ਆ, ਇਹ ਫਰਕ ਵੀ ਜਿਹੜਾ ਉਹ ਆਪਾਂ ਦੇਖ ਰਹੇ ਹਾਂ ਕਿ ਅਮਰੀਕਾ ਦੇ ਵਿੱਚ ਜਿਉਂ ਆਪਾਂ ਗੱਲ ਕਰਦੇ ਹਾਂ ਵੀ ਬਰਨੀ ਸੈਂਡਰਸ ਦੀਆਂ ਇਹੋ ਜਿਹੀਆਂ ਜਿਹੜੀਆਂ ਵਿਚਾਰਾਂ ਨੂੰ ਸਪੇਸ ਮਿਲਦੀ ਨਜ਼ਰ ਆਉਂਦੀ ਆ। ਨਹੀਂ, ਉਹ ਘੱਟ ਸਪੇਸ ਆ, ਕਿਉਂਕਿ ਆਪਾਂ ਦੇਖਦੇ ਹੀ ਹੈਗਾ ਵੀ ਹਾਲਾਂਕਿ ਉਹ ਬੜੇ ਸਿਆਣੇ ਲੀਡਰ ਨੇ, ਹਨਾ। ਸੋ ਅਮਰੀਕਨ ਪਾਲਿਸੀ ਮੇਕਿੰਗਸ ਵਿੱਚ ਉਹਨਾਂ ਦੀ ਅਪਰੋਚ ਆ ਜਿਹੜੀ ਕਾਫੀ ਅੱਛੀ ਔਰ ਬੜੀ ਕ੍ਰੀਏਟਿਵ ਮੰਨੀ ਜਾਂਦੀ ਹੈਗੀ ਆ। ਪਰ ਉਹੀ ਆ ਵੀ ਕਾਰਪੋਰੇਟਸ ਆ ਜਿਹੜੇ ਉਹਨਾਂ ਦਾ ਇੱਕ ਦਬਦਬਾ ਹੈ, ਸਾਰੀ ਦੁਨੀਆ ਵਿੱਚ ਹੀ ਉਹਨਾਂ ਦਾ ਜਿਹੜਾ ਦਬਦਬਾ ਹੈ। ਸੋ ਉਹ ਆਪਣੇ ਢੰਗ ਨਾਲ ਉਹਨਾਂ ਲੋਕਾਂ ਨੂੰ ਪ੍ਰਮੋਟ ਹੀ ਨਹੀਂ ਹੋਣ ਦਿੰਦੇ, ਜਾਂ ਉਹਨਾਂ ਨੂੰ ਉਸ ਲੈਵਲ ਤੇ ਉੱਥੇ ਪਹੁੰਚਣੇ ਨਹੀਂ ਦਿੰਦੇ ਜਿੱਥੇ ਉਹਨਾਂ ਨੇ ਜਿਹੜੀਆਂ ਪਾਲਿਸੀ ਮੇਕਿੰਗ ਵਿੱਚ ਇੱਕ ਫੈਸਲਾਕੁਨ ਭੂਮਿਕਾ ਨਿਭਾ ਸਕਣ। ਸੋ ਬਰਨੀ ਸੈਂਡਰਸ ਵਰਗੇ ਸਿਆਣੇ ਔਰ ਜਿਹੜੇ ਬਹੁਤ ਹੀ ਕ੍ਰੀਏਟਿਵ ਪੋਲੀਟੀਸ਼ੀਅਨ ਆ, ਉਹ ਫਿਰ ਇਦਾਂ ਹੀ ਜਿਸ ਤਰ੍ਹਾਂ ਆਪਣੇ ਆਰਟੀਕਲ ਵਗੈਰਾ ਲਿਖ ਕੇ ਇੱਕ ਤਰ੍ਹਾਂ ਨਾਲ ਟਾਈਮ ਟਪਾਉਂਦੇ ਹੈਗੇ ਆ। ਪਰ ਉਹਨਾਂ ਦੀਆਂ ਬਹੁਤ ਮੁੱਲੀਆਂ ਜਿਹੜੀਆਂ ਉਹਨਾਂ ਦਾ ਜਦੋਂ ਵੀ ਆਰਟੀਕਲ ਛਪਦਾ ਬਹੁਤ ਹੀ ਆਪਾਂ ਕਹਿ ਸਕਦੇ ਆ ਵੀ ਇੰਟਿਊਟਿਵ ਤੇ ਬਹੁਤ ਹੀ ਇੰਟੈਲੀਜੈਂਟ ਕਿਸਮ ਦਾ ਆਰਟੀਕਲ ਹੁੰਦਾ। ਸੋ ਅਮਰੀਕੀ ਨੀਤੀ ਘਾੜਿਆਂ ਨੂੰ ਉਹਨਾਂ ਦੇ ਵਿਚਾਰਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਜੀ। ਇਸ ਗੱਲਬਾਤ ਦੇ ਅਗਲੇ ਪੜਾਅ ਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਭਾਰਤ ਨੂੰ ਲੈ ਕੇ ਆਪਾਂ ਥੋੜੀ ਗੱਲ ਕਰਦੇ ਹਾਂ। ਬੀਤੇ ਦਿਨਾਂ ਦੇ ਵਿੱਚ ਕਈ ਪੋਲਸ, ਕਈ ਲੇਖ ਭਾਰਤ ਵਿੱਚ ਵੱਧ ਰਹੇ ਤਾਨਾਸ਼ਾਹੀ ਦੇ ਖਤਰੇ ਨੂੰ ਲੈ ਕੇ ਉਹ ਛਪੇ ਨੇ। ਕੀ ਆ ਇਸ ਦੇ ਵਿੱਚ ਇਹ ਤਾਨਾਸ਼ਾਹੀ ਦੇ ਖਤਰਿਆਂ ਨੂੰ ਲੈ ਕੇ ਭਾਰਤ ਵਿੱਚ ਇਹਨਾਂ ਲੇਖਾਂ ਦੇ ਵਿੱਚ ਕੀ ਕਿਹਾ ਜਾ ਰਿਹਾ? ਹਾਂਜੀ, ਬਹੁਤ ਸਾਰੇ ਦਾ ਇਕੋਨੋਮਿਸਟ ਵਿੱਚ, ਬਲੂਮਬਰਗ ਵਿੱਚ ਜਾਂ ਫਾਈਨੈਂਸ਼ੀਅਲ ਟਾਈਮਸ ਵਿੱਚ ਬਹੁਤ ਸਾਰੇ ਜਿਹੜੇ ਆਰਟੀਕਲ ਆ ਇਹਨਾਂ ਦਿਨਾਂ ਵਿੱਚ, ਕਿਉਂਕਿ ਇੰਡੀਆ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। ਸੋ ਉਸ ਸੰਦਰਭ ਵਿੱਚ ਇੰਡੀਆ ਦੀ ਆਰਥਿਕ ਨੀਤੀ ਤੇ ਜਿਹੜੇ ਆਰਥਿਕ ਅਸਾਵਾਂਪਣ ਹੈਗਾ, ਵੀ ਜਿਹੜਾ ਇੰਬੈਲੈਂਸ ਹੈਗਾ ਗਰੀਬ ਲੋਕਾਂ ਦਾ ਤੇ ਅਮੀਰ ਲੋਕਾਂ ਦੀ, ਜਿਹੜੀ ਅਮੀਰੀ ਆ ਤੇ ਗਰੀਬ ਲੋਕਾਂ ਦੀ ਗਰੀਬੀ ਦਾ, ਉਹਦੇ ਬਾਰੇ ਕਾਫੀ ਸਾਰੇ ਆਰਟੀਕਲ ਆਏ ਆ। ਸੋ ਅੱਜ ਅਸੀਂ ਜਿਸ ਆਰਟੀਕਲ ਦਾ ਜ਼ਿਕਰ ਕਰਾਂਗੇ, ਜਿਹਦੀ ਆਪਾਂ ਸਾਂਝ ਪਾਉਣੀ ਚਾਹੁੰਦੇ ਆ, ਉਹ ਬਲੂਮਬਰਗ ਵਿੱਚ ਛਪਿਆ ਹੈਗਾ। ਐਨਡੀ ਮੁਖਰਜੀ ਹੈਗੇ ਇਕੋਨੋਮਿਸਟ ਨੇ। ਸੋ ਦੁਨੀਆ ਭਰ ਦੀ ਇਕੋਨਮੀ ਤੇ ਬਹੁਤ ਹੀ ਆਪਾਂ ਕਹਿ ਸਕਦੇ ਵੀ ਪੈਣੀ ਨਜ਼ਰ ਰੱਖਦੇ ਆ, ਬਹੁਤ ਇੰਟੈਲੀਜੈਂਟ ਇਕੋਨੋਮਿਸਟ ਨੇ। ਸੋ ਉਹਨਾਂ ਦਾ ਇੱਕ ਆਇਆ ਹੈਗਾ ਵੀ ਬਿਲੀਅਨੀਅਰਸ ਰਾਜ ਇਜ਼ ਪੁਸ਼ਿੰਗ ਇੰਡੀਆ ਟੁਵਾਰਡਸ ਆਟੋਕ੍ਰੇਸੀ, ਵੀ ਜਿਹੜੇ ਭਾਰਤ ਦੇ ਕੁਝ ਅਮੀਰ ਲੋਕ ਨੇ, ਜਿਹੜੇ ਬਿਲੀਅਨੀਅਰ ਨੇ, ਉਹ ਭਾਰਤ ਨੂੰ ਡੈਮੋਕ੍ਰੇਸੀ ਤੋਂ ਖਤਮ ਕਰਕੇ ਉਹਨੂੰ ਤਾਨਾਸ਼ਾਹੀ ਵਾਲਾ ਜਿਹੜਾ ਉਹ ਵਧਾ ਰਹੇ ਹੈਗੇ ਆ। ਉਹ ਕਹਿੰਦੇ ਵੀ ਉਹਨਾਂ ਕੁਛ ਕੁ ਚੰਦ ਕੁ ਅਮੀਰ ਲੋਕਾਂ ਨੇ, 10, 15, 20 ਅਮੀਰ ਲੋਕਾਂ ਨੇ ਭਾਰਤ ਦੀ ਪਾਲਿਸੀ ਦੇ ਉੱਤੇ ਇੱਕ ਤਰ੍ਹਾਂ ਨਾਲ ਕਬਜ਼ਾ ਜਮਾ ਲਿਆ ਹੋਇਆ। ਉਹ ਪ੍ਰੋ ਕਾਰਪੋਰੇਟ ਤੇ ਪ੍ਰੋ ਅਮੀਰ ਜਿਹੜੀ ਪਾਲਿਸੀ ਆ ਭਾਰਤ ਵਿੱਚ ਆ ਰਹੀ ਹੈਗੀ ਆ। ਸੋ ਉਹਨਾਂ ਨੇ ਬਹੁਤ ਸਾਰੇ ਅੰਕੜੇ ਦੇ ਕੇ ਦੱਸਿਆ। ਉਹ ਕਹਿੰਦੇ ਵੀ ਜਿਹੜੀ ਭਾਰਤ ਵਿੱਚ ਇਕਨੋਮਿਕ ਇਨਇਕੁਐਲਿਟੀ ਆ ਨਾ, ਉਹ ਬ੍ਰਿਟਿਸ਼ ਰਾਜ ਨਾਲੋਂ ਵੀ ਵੱਧ ਹੈ ਇਸ ਵੇਲੇ। ਇਹ ਬਹੁਤ ਕਮਾਲ ਦੀ ਸਟੇਟਮੈਂਟ ਹੈ ਐਨਡੀ ਮੁਖਰਜੀ ਦੀ। ਕਹਿੰਦੇ ਵੀ ਇੰਨੀ ਆਰਥਿਕ ਅਸਾਵਾਂਪਣ, ਵੀ ਇੰਨਾ ਫਰਕ ਇਕੋਨਮੀ ਦਾ, ਵੀ ਅਮੀਰ ਤੇ ਗਰੀਬ ਦਾ, ਬ੍ਰਿਟਿਸ਼ ਰਾਜ ਵਿੱਚ ਵੀ ਨਹੀਂ ਰਿਹਾ ਜਦੋਂ ਅਸੀਂ ਗੁਲਾਮ ਸੀ। ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਵੀ ਗੁਲਾਮੀ ਦੇ ਟਾਈਮ ਵੀ ਇੰਨਾ ਆਰਥਿਕ ਅਸਾਵਾਂਪਣ ਨਹੀਂ ਸੀ ਜਿੰਨਾ ਆਇਆ। ਉਹ ਕਹਿੰਦੇ ਵੀ ਨਾਰਮਲ ਇੰਡੀਆ ਦੀ ਇਨਕਮ ਮੰਨੀ ਜਾਂਦੀ ਹੈ GDP ਜਿਹੜੀ $250 ਆ ਪਰ ਪਰਸਨ, ਹਨਾ। ਉਹ ਕਹਿੰਦੇ ਵੀ ਇਹਦੇ ਵਿੱਚੋਂ 10 ਵਿੱਚੋਂ 9 ਬੰਦੇ ਹੀ ਆ, 9 ਬੰਦੇ ਆ ਜਿਹੜੇ $250 ਤੋਂ ਵੀ ਘੱਟ ਪੈਸੇ ਕਮਾ ਰਹੇ ਆ, ਹਨਾ। ਕਿ ਸਿਰਫ ਇੱਕ ਬੰਦਾ ਹੈ ਜਿਹਨੂੰ $250 ਮਿਲ ਗਿਆ। ਮਤਲਬ ਕਿ ਤੁਸੀਂ ਦੇਖੋ ਵੀ 90% ਪਾਪੂਲੇਸ਼ਨ ਆ ਜਿਹੜੀ ਉਹ ਨਾਰਮਲ GDP ਤੋਂ ਵੀ ਘੱਟ ਪੈਸੇ ਕਮਾ ਰਹੀ ਹੈਗੀ ਆ, ਜਿਹੜਾ ਉਹਨਾਂ ਦਾ ਟੇਬਲ ਹੈਗਾ ਨਾ। ਤੇ ਉਹ ਕਹਿੰਦਾ ਵੀ ਸਿਰਫ 10,000 ਬੰਦੇ ਭਾਰਤ ਵਿੱਚ ਆ ਜਿਨ੍ਹਾਂ ਦੀ ਆਮਦਨ $5.7 ਮਿਲੀਅਨ ਆ ਪਰ ਈਅਰ। ਤੁਸੀਂ ਦੇਖੋ ਵੀ ਸਿਰਫ 10,000 ਬੰਦਿਆਂ ਦੀ ਇਨਕਮ $5.7 ਮਿਲੀਅਨ ਆ, ਹਨਾ। ਤੇ ਦੂਜੇ ਪਾਸੇ 10 ਵਿੱਚੋਂ 9 ਬੰਦੇ 250 ਆਪਣੀ ਨਾਰਮਲ ਜਿਹੜਾ ਐਵਰੇਜ ਆ, ਨੈਸ਼ਨਲ ਐਵਰੇਜ, ਉਹ ਵੀ ਉਹਨਾਂ ਕੋਲ ਜਿਹੜੀ ਉਹ ਪੈਸੇ ਨਹੀਂ ਆਉਂਦੇ। ਸੋ ਉਹਨਾਂ ਦਾ ਇਨਕਮ ਗੈਪ ਆ ਜਿਹੜਾ, ਹਨਾ। ਸੋ ਇਹ ਹੈਗਾ। ਤੇ ਦੂਜਾ ਕਹਿੰਦਾ ਵੀ ਪਿਛਲੇ 10 ਸਾਲਾਂ ਦੌਰਾਨ, ਮੋਦੀ ਦੇ ਰਾਜ ਦੌਰਾਨ ਹੀ ਅਮੀਰਾਂ ਦੀ ਜਿਹੜੀ ਇਨਕਮ ਆ ਉਹਦੇ ਵਿੱਚ 175% ਦਾ ਵਾਧਾ ਹੋਇਆ। ਸੋ ਅਮੀਰ ਕਿੰਨੇ ਅਮੀਰ ਹੋਏ ਨੇ ਵੀ ਲਗਭਗ 175% ਦਾ ਵਾਧਾ ਹੋਣਾ। ਤੁਸੀਂ ਹੁਣ ਆਪ ਦੇਖ ਸਕਦੇ ਹੋ ਵੀ ਕਿੰਨੀ ਜ਼ਿਆਦਾ ਉਹ ਜਿਹੜੀ ਹੋਏਗੀ ਆ ਉਹ ਹੋਏਗੀ। ਫਿਰ ਉਹਨਾਂ ਨੇ ਨਾਂ ਲਿਖਿਆ ਵੀ ਮੁਕੇਸ਼ ਅੰਬਾਨੀ, ਗੌਤਮ ਅਡਾਨੀ, ਸੱਜਣ ਜਿੰਦਲ, ਹਨਾ। ਇਹ ਜਿਹੜੇ ਬਹੁਤ ਵੱਡੇ ਜਿਹੜੇ ਅਮੀਰ ਨੇ, ਉਹ ਕਹਿੰਦੇ ਵੀ ਇਹ ਜਿਹੜੇ ਅਮੀਰ ਬਣੇ ਨੇ ਆਪਣੇ ਕਿਸੇ ਵਪਾਰਕ ਮੁਹਾਰਤ ਕਰਕੇ, ਟੈਕਨੀਕਲ ਇਨੋਵੇਸ਼ਨ ਕਰਕੇ, ਜਾਂ ਕੋਈ ਆਪਣੀ ਇੰਟੈਲੀਜੈਂਟ ਐਬਿਲਿਟੀ ਕਰਕੇ ਅਮੀਰ ਨਹੀਂ ਬਣੇ, ਕਿਉਂਕਿ ਸਰਕਾਰ ਨੇ ਇਹਨਾਂ ਨੂੰ ਜਿਹੜੀਆਂ ਦੇਸ਼ ਦੀਆਂ ਪ੍ਰਾਈਮ ਸਾਈਟਸ ਆ ਉਹਨਾਂ ਵਿੱਚ ਇਨਵੈਸਟ ਕਰਨ ਦੀ ਖੁੱਲੀ ਛੁੱਟੀ ਦਿੱਤੀ ਆ, ਔਰ ਉਹ ਉਹਨਾਂ ਦੀਆਂ ਸ਼ਰਤਾਂ ਤੇ ਦਿੱਤੀ ਹੋਈ ਆ, ਹਨਾ। ਇਹ ਦੇਖੋ, ਉਹ ਕਹਿੰਦਾ ਵੀ 에ਅਰਪੋਰਟ ਹੋਏ, ਹਵਾਈ ਅੱਡਿਆਂ ਤੋਂ ਬਿਨਾਂ ਰੇਲਵੇ ਸਟੇਸ਼ਨ ਹੋਏ, ਹਨਾ, ਪਾਵਰ ਐਂਡ ਗੈਸ ਹੋਈ, ਮੈਟਲ ਹੋਇਆ,
ਰਿਟੇਲ ਪੂਰੇ ਭਾਰਤ ਦਾ ਜਿਹੜਾ ਰਿਟੇਲ ਸੈਕਟਰ ਆ ਉਹਦੇ ਵਿੱਚ ਇਹ 5-6 ਬੰਦਿਆਂ ਨੂੰ ਖੁੱਲਾ ਹੱਥ ਦਿੱਤਾ ਹੋਇਆ ਵੀ ਉਹ ਜੋ ਮਰਜ਼ੀ ਕਰੀ ਜਾਂਦੇ ਆ, ਹੈਨਾ। ਸੋ ਸਰਕਾਰੀ ਨੀਤੀਆਂ ਨੇ ਜਿਹੜੀਆਂ ਉਹ ਸਾਰੀਆਂ ਇਹਨਾਂ 5-6 ਬੰਦਿਆਂ ਦੀਆਂ ਜਿਹੜੀਆਂ ਨਿੱਜੀ ਨੀਤੀਆਂ ਉਹਨਾਂ ਦੇ ਅਨੁਸਾਰ ਆ ਜਿਹੜੀਆਂ ਚਲਾਈਆਂ ਜਾਂਦੀਆਂ। ਇਸ ਕਰਕੇ ਇਹ ਜਿਹੜਾ ਸਭ ਤੋਂ ਬਹੁਤ ਵੱਡਾ ਜਿਹੜਾ ਅਸਾਵਾਂਪਣ ਹੈ ਸੋ ਇਹ ਆ ਰਿਹਾ। ਸੋ ਅਮੀਰ ਇੰਨੇ ਜ਼ਿਆਦਾ ਅਮੀਰ ਹੋ ਰਹੇ ਆ ਵੀ ਉਹ ਕਿਤੇ ਨਾ ਕਿਤੇ ਭਾਰਤ ਦੀ ਜਿਹੜੀ ਡੈਮੋਕ੍ਰੈਟਿਕ ਸੈਟਅਪ ਆ ਉਹਦੇ ਲਈ ਖਤਰਾ ਬਣਦੇ ਜਾ ਰਹੇ ਹੈਗੇ ਆ ਜੀ। ਇਸੇ ਤਰੀਕੇ ਦਾ ਹੀ ਇੱਕ ਹੋਰ ਆਰਟੀਕਲ ਨਾ ਨਿਊਯਾਰਕ ਟਾਈਮਜ਼ ਨੇ ਜਿਹੜਾ ਲਿਖਿਆ ਸੀ, ਜਿਹੜਾ ਅੰਬਾਨੀਆਂ ਦਾ ਹੁਣੇ ਵਿਆਹ ਹੋ ਕੇ ਹਟਿਆ, ਉਹ ਗੈਸਟ ਐਸੇ ਸੀ ਕੋਈ ਸੋਨੀਆ ਫਲੇਰੀਓ ਕਰਕੇ ਬੀਬੀ ਨੇ ਲਿਖਿਆ ਸੀ ਵੀ ਕਹਿੰਦੇ ਵੀ ਇਹ ਵੀ ਜਿਹੜਾ ਵਿਆਹ ਆ ਇਹੀ ਦਿਖਾ ਰਿਹਾ ਵੀ ਭਾਰਤ ਵਿੱਚ ਜਿਹੜੀ ਇਨਇਕੁਐਲਿਟੀ ਆ, ਅਮੀਰ ਤੇ ਗਰੀਬ ਦੇ ਦਰਮਿਆਨ ਜਿਹੜਾ ਇਹ ਪਾੜਾ ਆ, ਇਸ ਨੂੰ ਹੋਰ ਵੀ ਢੰਗ ਦੇ ਨਾਲ ਮੋਹਰੇ ਹੋ ਕੇ ਜਿਹੜੀ ਉਹ ਦਿਖਾ ਰਹੀ ਆ ਵੀ ਅਸਰ ਜਿਹੜਾ ਉਹ ਕਿੰਨਾ ਜ਼ਿਆਦਾ ਪੈ ਰਿਹਾ ਆ। ਸੋ ਅਮੀਰ ਵਪਾਰੀ ਕਿਵੇਂ ਭਾਰਤ ਦੀ ਆਰਥਿਕਤਾ ਤੇ ਸਿਆਸਤ ਨੂੰ ਪ੍ਰਭਾਵਿਤ ਜਿਹੜਾ ਇਹ ਕਰ ਰਿਹਾ, ਜੇ ਆਪਾਂ ਇਸ ਦੇ ਵਿੱਚ ਜਾਈਏ, ਡੂੰਘਾਈ 'ਚ ਜਾਈਏ। ਹਾਂਜੀ। ਸੋ ਐਂਡੀ ਮੁਖਰਜੀ ਕਹਿੰਦੇ ਹੈਗੇ ਵੀ ਜਿਹੜੇ ਟੈਕਸ ਕੱਟਸ ਨੇ ਸੋ ਉਹਨਾਂ ਨੂੰ ਇੰਨੇ ਜ਼ਿਆਦਾ ਟੈਕਸ ਕੱਟ ਮਿਲੇ ਹੋਏ ਆ ਵੀ ਉਹ ਮਤਲਬ ਕਿ ਬਹੁਤ ਮਿਨੀਮਮ ਟੈਕਸ ਆ ਜਿਹੜਾ ਦਿੰਦੇ ਆ। ਜਿਸ ਤਰ੍ਹਾਂ ਬਰਨੀ ਸਾਂਡਰਸ ਨੇ ਜਿਹੜੀ ਗੱਲ ਕਹੀ ਹੈ ਕਿ ਵੀ ਪ੍ਰੋ ਕਾਰਪੋਰੇਟ ਜਿਹੜਾ ਚੱਲ ਰਿਹਾ ਨਾ, ਸੋ 에ਅਰਪੋਰਟਾਂ ਵਰਗੇ ਜਿਹੜੇ ਐਸੈਟਸ ਆ ਉਹ ਦਿੱਤੇ ਗਏ ਆ। ਸੋ ਦੂਜਾ ਇਹ ਹੋ ਰਿਹਾ ਵੀ ਜਿਹੜੀਆਂ ਬੈਂਕਰਪਟ ਹੋਈਆਂ ਕੰਪਨੀਆਂ ਨੇ ਉਹਨਾਂ ਨੂੰ ਇਹ ਅਮੀਰ ਲੋਕ ਆ, ਜਿਹੜਾ ਅਮੀਰ ਲੋਕਾਂ ਦਾ ਗਰੁੱਪ ਆ, ਇਹ ਖਰੀਦਦਾ ਔਰ ਬਹੁਤ ਹੀ ਆਪਾਂ ਕਹਿ ਸਕਦੇ ਵੀ ਜਿਹਦੀ ਕੰਪਨੀ ਹੁੰਦੀ ਆ ਉਹਨੂੰ ਮਾੜਾ ਮੋਟਾ ਹੀ ਪੈਸੇ ਮਿਲਦੇ ਆ, ਬਾਕੀ ਸਾਰਾ ਹੀ ਇਹ ਖਾ ਪੀ ਜਾਂਦੇ ਹੈਗੇ ਹਨਾ। ਸੋ ਇਸ ਤਰ੍ਹਾਂ ਦਾ ਇਹ ਹੈਗਾ। ਤੇ ਫੋਰਨ ਡਾਇਰੈਕਟ ਇਨਵੈਸਟਮੈਂਟ ਵਿੱਚ ਵੀ ਕਹਿੰਦਾ ਭਾਰਤ ਨੇ ਇਹੋ ਜਿਹੇ ਕਾਨੂੰਨ ਬਣਾਤੇ ਆ ਵੀ ਉਹਦੇ ਵਿੱਚੋਂ ਲੋਕਲ ਵਪਾਰੀਆਂ ਦਾ ਹੱਥ ਉੱਤੇ ਆ, ਜਿਹੜੇ ਬਾਹਰੋਂ ਇਨਵੈਸਟ ਕਰਨ ਵਾਲੇ ਲੋਕ ਆ ਉਹਨਾਂ ਦਾ ਪੈਸਾ ਡੁੱਬ ਸਕਦਾ, ਲੋਕਲ ਵਪਾਰੀਆਂ ਦਾ ਨਹੀਂ ਡੁੱਬ ਸਕਦਾ। ਸੋ ਕਾਨੂੰਨਾਂ ਵਿੱਚ ਉਹਨਾਂ ਨੇ ਇਸ ਤਰ੍ਹਾਂ ਦੀ ਜਿਹੜਾ ਫੇਰ ਬਦਲ ਕਰ ਲਿਆ ਵੀ ਫੇਵਰੇਬਲ ਟੂ ਇੰਡੀਅਨ ਕਾਰਪੋਰੇਟਸ ਹੋ ਗਈ ਹੋਈ ਆ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਆ। ਹੁਣ ਤੁਸੀਂ ਦੇਖੋ ਵੀ ਜਦੋਂ ਇੱਥੋਂ ਤੱਕ ਕੰਮ ਵਿਗੜ ਜੇ ਵੀ FDI ਵਿੱਚ ਵੀ ਤੁਹਾਡੇ ਜਿਹੜੇ ਲੋਕਲ ਵਪਾਰੀਆਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਂਦੀ ਆ, ਜਾਂ ਉਹਨਾਂ ਨੂੰ ਫੇਵਰੇਬਲ ਟੈਕਸ ਹੈਵਨਸ ਦਿੱਤੇ ਜਾਂਦੇ ਆ, ਜਾਂ ਉਹਨਾਂ ਤੇ ਟੈਕਸ ਦੀਆਂ ਬੁਛਾੜਾਂ ਹੁੰਦੀਆਂ, ਜਿਹੜੇ ਨਾਨ ਪਰਫਾਰਮਿੰਗ ਅਸੈਟਸ ਕਹਿ ਕੇ ਲਗਭਗ 50,000 ਕਰੋੜ ਦੇ ਕਰਜ਼ੇ ਆ ਹਰੇਕ 3 ਮਹੀਨਿਆਂ ਬਾਅਦ ਜਿਹੜੇ ਖਤਮ ਕਰ ਦਿੱਤੇ ਜਾਂਦੇ ਆ। ਸੋ ਇਹ ਸਾਰੀਆਂ ਜਿਹੜੀਆਂ ਇੱਕ ਤਰ੍ਹਾਂ ਨਾਲ ਫੇਵਰੇਬਲ ਕੰਡੀਸ਼ਨਸ ਆ ਉਹ ਕਹਿੰਦਾ ਵੀ ਇਹਨਾਂ ਦੇ ਹੱਕ 'ਚ ਜਾ ਰਹੀਆਂ। ਹੁਣ ਕਹਿੰਦਾ ਹੁਣੇ ਜਿਹੜਾ ਇਲੈਕਟੋਰਲ ਬੌਂਡਸ ਦਾ ਇੱਕ ਖੁਲਾਸਾ ਹੋਇਆ ਉਹਦੇ ਵਿੱਚ ਇਹ ਆ ਵੀ ਇਹਨਾਂ ਕੁਝ ਅਮੀਰ ਵਪਾਰੀਆਂ ਨੇ ਲਗਭਗ $1.5 ਬਿਲੀਅਨ ਜਿਹੜਾ ਸਰਕਾਰ ਨੂੰ ਦਿੱਤਾ ਤੇ ਉਹਦੇ ਤੋਂ ਫਿਰ ਫਾਇਦੇ ਲਏ ਹੈਗੇ ਨੇ। ਸੋ ਕਹਿੰਦਾ ਵੀ ਇਹ ਜਿਹੜਾ $1.5 ਬਿਲੀਅਨ ਦੇਣ ਵਾਲੇ ਲੋਕ ਆ ਇਹ ਹੁਣ ਭਾਰਤ ਦੇ ਡੈਮੋਕ੍ਰੈਟਿਕ ਸੈਟਅਪ ਨੂੰ ਜਿਹੜਾ ਹੈਗਾ ਉਹ ਖਤਮ ਕਰ ਰਹੇ ਹੈਗੇ, ਉਹਦੇ ਵਿੱਚੋਂ ਡੈਮੋਕ੍ਰੇਸੀ ਖਤਮ ਕਰ ਰਹੇ ਆ। ਇਹ ਆਪਣੇ ਹਿਸਾਬ ਨਾਲ ਸਰਕਾਰਾਂ ਚਲਾਇਆ, ਸਰਕਾਰਾਂ ਇਹਨਾਂ ਦੀਆਂ ਕਠਪੁਤਲੀਆਂ ਬਣ ਕੇ ਚੱਲ ਰਹੀਆਂ ਨੇ। ਸੋ ਜਿਹੜਾ ਗੈਪ ਆ ਉਹ ਬਹੁਤ ਇਕਨੋਮਿਕ ਗੈਪ ਵੱਧ ਰਿਹਾ। ਸਰਕਾਰਾਂ ਇਸ ਤਰ੍ਹਾਂ ਦੀਆਂ ਕੋਈ ਨੀਤੀਆਂ ਨਹੀਂ ਬਣਾ ਰਹੀਆਂ ਜਿਹਦੇ ਨਾਲ ਗੈਪ ਘਟੇ। ਉਹ ਕਹਿੰਦਾ ਵੀ ਜੇ 80 ਕਰੋੜ ਲੋਕਾਂ ਨੂੰ ਸਰਕਾਰੀ ਖਜ਼ਾਨੇ 'ਚੋਂ ਖਾਣ ਨੂੰ ਦਿੱਤਾ ਜਾ ਰਿਹਾ, ਹੁਣ ਤੁਸੀਂ ਦੇਖ ਸਕਦੇ ਹੋ ਵੀ ਐਡੀ ਵੱਡੀ ਆਬਾਦੀ 80 ਕਰੋੜ ਲੋਕਾਂ ਨੂੰ ਅਗਲੇ 5 ਸਾਲਾਂ ਹੀ ਸਰਕਾਰ ਖਾਣੇ ਲਈ ਕੁਛ ਨਾ ਕੁਛ ਦਊਗੀ, ਵੀ ਉਹ 80 ਕਰੋੜ ਲੋਕ ਆਪਣੇ ਪੈਰਾਂ ਤੇ ਖੜੇ ਹੋਣ ਜੋਗੇ ਨਹੀਂ। ਸੋ ਇਕਨੋਮੀ ਅਸੀਂ ਕਹਿ ਰਹੇ ਹਾਂ ਵੀ 3 ਟ੍ਰਿਲੀਅਨ ਤੋਂ 5 ਟ੍ਰਿਲੀਅਨ ਹੋ ਜਾਣੀ ਹੈਗੀ ਹੈ ਨਾ। ਸੋ ਜਿਹਦੇ ਤੋਂ ਬਿਗ ਚੰਕ ਆਫ ਪਾਪੂਲੇਸ਼ਨ ਹੈ ਜਿਹੜਾ ਉਹਨੂੰ ਨਾਰਮਲ ਰੋਟੀ ਵੀ ਨਹੀਂ ਮਿਲ ਰਹੀ ਹੈ ਨਾ। ਉਹ $250 ਵਾਲੀ ਤਾਂ ਗੱਲ ਛੱਡੋ। ਉਹ ਕਹਿੰਦਾ ਵੀ ਇਹ ਸਾਰਾ ਜਿਹੜਾ ਹੈਗਾ 2021 ਵਿੱਚ ਉਹ ਦੱਸਦੇ ਆ ਵੀ ਸਵੀਡਨ ਦੀ ਇੱਕ ਇੰਸਟੀਚਿਊਟ ਹੈਗਾ ਵੀਡੈਮ ਇੰਸਟੀਚਿਊਟ ਨੇ 2021 ਵਿੱਚ ਕਹਿੰਦੇ ਕਹਿ ਦਿੱਤਾ ਸੀਗਾ ਵੀ ਇੰਡੀਆ ਇਜ਼ ਗੋਇੰਗ ਟੂ ਬੀ ਐਨ ਇਲੈਕਟੋਰਲ ਆਟੋਕ੍ਰੇਸੀ ਹੈ ਨਾ, ਵੀ ਇਹ ਉਧਰ ਨੂੰ ਵੱਧ ਰਿਹਾ ਹੈਗਾ। ਸੋ ਹੁਣ ਕਹਿੰਦਾ ਜਿਹੜੀਆਂ ਚੋਣਾਂ ਹੋ ਰਹੀਆਂ ਉਹਦੇ ਵਿੱਚੋਂ ਅਸੀਂ ਇਹ ਕਾਫੀ ਕੁਝ ਇਸ ਤਰ੍ਹਾਂ ਦਾ ਹੁੰਦਾ ਦੇਖ ਰਹੇ ਹਾਂ ਵੀ ਜਿਹੜੇ ਅਮੀਰ ਲੋਕ ਨੇ ਉਹ ਹੀ ਪੋਲੀਟੀਸ਼ੀਅਨਸ ਨੂੰ ਜਿਹੜਾ ਹੈਗਾ ਵੀ ਆਪਣੇ ਹਿਸਾਬ ਨਾਲ ਚਲਾ ਰਹੇ ਨੇ। ਉਹਨਾਂ ਦੀਆਂ ਇਕਨੋਮਿਕ ਪਾਲਿਸੀਆਂ ਕਾਰਨ ਹੀ ਭਾਰਤ ਵਿੱਚ ਜਿਹੜਾ ਇਨਕਮ ਦਾ ਗੈਪ ਆ ਅਮੀਰਾਂ ਤੇ ਗਰੀਬਾਂ ਦਾ ਵੱਧ ਰਿਹਾ, ਤੇ ਜਿਹੜਾ ਸਾਰੀ ਸਟੇਟ ਆ ਇਹ ਆਟੋਕ੍ਰੇਸੀ ਵੱਲ ਵੱਧ ਰਹੀ ਆ। ਲੋਕਾਂ ਦੀਆਂ ਵੋਟਾਂ ਦੁਆਰਾ ਚੁਣੇ ਗਏ ਆਟੋਕ੍ਰੇਟਸ ਆ ਜਿਹੜੇ ਹੈਗੇ ਆ ਵੀ ਆਪਣੀਆਂ ਨੀਤੀਆਂ ਚਲਾਉਣਗੇ ਤੇ ਸਰਕਾਰ ਆ ਜਿਹੜੀ ਕਲੋਜ਼ਡ ਸੁਸਾਇਟੀ ਬਣ ਜਾਏਗੀ। ਜਿਹੜੀ ਡੈਮੋਕ੍ਰੇਸੀ ਵਿੱਚ ਓਪਨਨੈਸ ਹੁੰਦੀ ਆ ਉਹ ਬਿਲਕੁਲ ਖਤਮ ਹੋ ਜਾਵੇਗੀ। ਸੋ ਆਪਣੇ ਹਿੱਤਾਂ ਨੂੰ ਉਹ ਮੋਹਰੇ ਕਰਨ ਦੇ ਲਈ ਉਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ। ਗੱਲਬਾਤ ਨੂੰ ਅੱਗੇ ਵਧਾਉਂਦੇ ਆ ਅਵਤਾਰ ਸਿੰਘ ਜੀ। ਭਾਰਤ ਦੀ ਹੋਈ ਜਿਹੜੀ ਗੱਲ ਆ, ਪਰ ਕੈਨੇਡਾ ਦੇ ਵਿੱਚ ਜਿਵੇਂ ਆਪਾਂ ਜਾਣਦੇ ਹੀ ਆ ਭਾਈ ਨਿੱਜਰ ਹੁਣਾਂ ਦੇ ਕਤਲ ਤੋਂ ਬਾਅਦ ਦੇ ਵਿੱਚ
ਕੈਨੇਡਾ ਦਾ ਪ੍ਰਧਾਨ ਮੰਤਰੀ ਟਰੂਡੋ ਉੱਥੇ ਦੇ ਸਦਨ ਦੇ ਵਿੱਚ ਖੜ ਕੇ ਫੋਰਨ ਇੰਟਰਫੇਰੈਂਸ ਦੀ ਗੱਲ ਕਰਦਾ ਆ। ਉਸ ਤੋਂ ਪਹਿਲਾਂ ਵੀ ਚਰਚਾ ਚੱਲਦੀ ਰਹੀ ਵੀ ਇਲੈਕਸ਼ਨਾਂ ਦੇ ਵਿੱਚ ਵੀ ਸਾਨੂੰ ਲੱਗਦਾ ਰਿਹਾ ਆ ਵੀ ਕਿਤੇ ਨਾ ਕਿਤੇ ਬਾਹਰੀ ਜਿਹੜੀ ਦਖਲ ਅੰਦਾਜ਼ੀ ਹੁੰਦੀ ਰਹੀ ਹੈ। ਬਹੁਤ ਸਾਰੀਆਂ ਉੱਥੇ ਦੀਆਂ ਰਿਪੋਰਟਾਂ ਜਿਹੜੀਆਂ ਇਸ ਚੀਜ਼ ਨੂੰ ਗੱਲ ਨੂੰ ਜਿਹੜੀਆਂ ਉਹ ਪੁਸ਼ਟ ਕਰਦੀਆਂ ਰਹੀਆਂ। ਹੁਣੇ ਕੈਨੇਡਾ ਦੇ ਵਿੱਚ ਵਿਦੇਸ਼ੀ ਹਿੰਸਾ ਦੇ ਮਾਮਲੇ ਦੇ ਵਿੱਚ ਜਿਹੜੀ ਟੈਸਟੀਮੋਨੀਜ਼ ਹੋਈਆਂ ਆ। ਉੱਥੇ ਜਸਕਰਨ ਸਿੰਘ ਸੰਧੂ ਨਾਂ ਦਾ ਜਿਹੜਾ ਵਕੀਲ ਵੀ ਆ ਤੇ ਉੱਥੇ ਇੱਕ ਨਿਊਜ਼ ਏਜੰਸੀ ਨੂੰ ਵੀ ਰਨ ਕਰਦਾ ਆ, ਉਸਨੇ ਆਪਣੇ ਵਿਚਾਰ ਦਿੱਤੇ ਆ। ਤੁਸੀਂ ਜਿਹੜੇ ਇਹਨਾਂ ਵਿਚਾਰਾਂ ਨੂੰ ਕਿਵੇਂ ਦੇਖਦੇ ਹੋ? ਹਾਂਜੀ ਹਾਂਜੀ, 130 ਮਿੰਟ ਦੀ ਉਹਨਾਂ ਦੀ ਵੀਡੀਓ ਮੈਂ ਦੇਖੀ ਆ, ਗਲੋਬ ਐਂਡ ਮੇਲ 'ਚ ਮੇਰੇ ਖਿਆਲ ਉਹਨਾਂ ਨੇ ਛਾਪੀ ਸੀਗੀ, ਪਬਲਿਸ਼ ਕਰੀ ਹੈਗੀ ਆ। ਸੋ ਜਸਕਰਨ ਸਿੰਘ ਨੇ ਕਾਫੀ ਡੀਪਲੀ ਜਿਹੜਾ ਹੈਗਾ ਸਿੱਖ ਸਮੱਸਿਆ ਨੂੰ, ਖਾਸ ਕਰਕੇ ਕੈਨੇਡਾ ਵਿੱਚ ਵਸਦੇ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਉਸ ਹੀਅਰਿੰਗ ਵਿੱਚ ਆ ਜਿਹੜਾ ਉਹ ਪ੍ਰਦਰਸ਼ਨ ਕਰਿਆ। ਸੋ ਇਨੀਸ਼ੀਅਲੀ ਜਦੋਂ ਉਹਨਾਂ ਨੇ ਸਟਾਰਟਅਪ 'ਚ ਲਿਆ ਹੈਗਾ, ਸਟਾਰਟਅਪ 'ਚ ਉਹਨਾਂ ਨੇ ਇਹ ਦੱਸਿਆ ਹੈਗਾ ਵੀ ਜਿਹੜੇ ਸਿੱਖ ਆ ਇੱਕ ਹੋਮੋਜੀਨੀਅਸ ਕਮਿਊਨਿਟੀ ਹੈਗੇ ਆ, ਵੀ ਬੜੇ ਉਹ ਇੱਕ ਦੂਜੇ ਨਾਲ ਸਾਂਝਾ ਰੱਖਦੇ ਆ, ਉਹਨਾਂ ਵਿੱਚ ਬੜੀ ਏਕਤਾ ਹੈਗੀ, ਇੱਕ ਮੁੱਠਤਾ ਹੈਗੀ ਆ, ਵੀ ਇੱਕ ਤਰ੍ਹਾਂ ਨਾਲ ਉਹ ਇੱਕ ਗੁਰੂ ਦੇ ਜਿਹੜੇ ਬੱਚੇ ਹੋਣ ਦਾ ਜਿਹੜਾ ਸਾਡੇ ਸੰਕਲਪ ਹੈ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਆ, ਵੀ ਉਹ ਹੋਮੋਜੇਨਿਟੀ ਆ ਜਿਹੜੀ ਉਹ ਸਾਡੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਆ। ਸੋ ਸਾਡੀ ਏਕਤਾ ਦਾ ਜਿਹੜਾ ਹੈਗਾ ਵੀ ਉਹ ਮੁਜ਼ਾਹਰਾ ਕਰਦੀ ਆ। ਉਹ ਕਹਿੰਦੇ ਵੀ ਅਸੀਂ ਮੋਨੋਲਿਥਿਕ ਸੁਸਾਇਟੀ ਨਹੀਂ ਹੈਗੇ ਵੀ ਹਾਂ ਵੀ ਕਿਸੇ ਦੂਸਰੇ ਨਾਲ ਦੁਸ਼ਮਣੀ ਕਰਨ ਵਾਲੇ ਜਾਂ ਕਿਸੇ ਨੂੰ ਨਫ਼ਰਤ ਕਰਨ ਵਾਲੇ ਨਹੀਂ ਹੈਗੇ, ਆਪ ਇੰਟਰਨਲੀ ਅਸੀਂ ਜਿਹੜੇ ਹੈਗੇ ਆ ਹੋਮੋਜੇਨਸ ਹੈਗੇ। ਸੋ ਸਾਡੇ ਜਿਹੜੇ ਫੇਥ ਦੇ ਐਂਬਰਸ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਾਡਾ ਜਿਹੜਾ ਸ਼੍ਰੀ ਹਰਿਮੰਦਰ ਸਾਹਿਬ ਆ, ਦਰਬਾਰ ਸਾਹਿਬ ਹੈਗਾ। ਸੋ ਸਿੱਖਾਂ ਦਾ ਜਿਹੜਾ ਡਿਆਸਪੋਰਾ ਸਿੱਖਸ ਹੈਗੇ ਆ, ਉਹਨਾਂ ਦਾ ਜਿਹੜਾ ਰਿਸ਼ਤਾ ਹੈ ਸ਼੍ਰੀ ਦਰਬਾਰ ਸਾਹਿਬ ਨਾਲ ਜਾਂ ਖਾਸ ਕਰਕੇ ਆਪਣੀ ਧਰਤੀ ਨਾਲ, ਤੇ ਜਿਹੜੀਆਂ ਸਪਿਰਿਚੁਅਲ ਵੈਲਿਊਜ਼, ਜਿਹੜੀ ਸਾਡੀ ਸੋਵਰੈਨਿਟੀ ਦੀ ਸੀਟ ਹੈ ਸ਼੍ਰੀ ਅਕਾਲ ਤਖਤ ਸਾਹਿਬ, ਉਹਦੇ ਤੋਂ ਜਿਹੜੇ ਸੰਦੇਸ਼ ਆਉਂਦੇ ਆ, ਉਹ ਕੌਮ ਜਿਸ ਤਰ੍ਹਾਂ ਉਹਨਾਂ ਨੂੰ ਸਤਿਕਾਰ ਦਿੰਦੀ ਆ ਜਾਂ ਉਹਨਾਂ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਦੀ ਹੈਗੀ ਆ, ਵੀ ਸਾਡੇ ਲਈ ਕਹਿੰਦੇ ਵੀ ਉਹ ਵੈਟੀਕਨ ਦੇ ਬਰਾਬਰ ਹੈਗਾ। ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਆ ਤੇ ਸ਼੍ਰੀ ਦਰਬਾਰ ਸਾਹਿਬ ਜਾਂ ਅੰਮ੍ਰਿਤਸਰ ਸਾਹਿਬ ਸਮੁੱਚਾ ਹੀ ਸਾਡੇ ਲਈ ਉਸੇ ਤਰ੍ਹਾਂ ਜਿਸ ਤਰ੍ਹਾਂ ਕ੍ਰਿਸਚਨ ਵਰਲਡ ਲਈ ਵੈਟੀਕਨ ਹੈਗਾ। ਸੋ ਅਸੀਂ ਆਪਣੇ ਵੈਟੀਕਨ ਤੋਂ ਜਿਹੜੀਆਂ ਸਾਨੂੰ ਸਪਿਰਿਚੁਅਲ ਸੋਸ਼ਲ ਐਂਡ ਪੋਲੀਟੀਕਲ ਵੈਲਿਊਜ਼ ਪ੍ਰੀਚ ਹੁੰਦੀਆਂ, ਵੀ ਜਦੋਂ ਅਸੀਂ ਉਹਨਾਂ ਤੇ ਪਹਿਰਾ ਦਿੰਦੇ ਹੈਗੇ ਆ, ਸੋ ਉਹ ਕਿਤੇ ਨਾ ਕਿਤੇ ਇੰਡੀਅਨ ਸਟੇਟ ਨੂੰ ਉਹ ਫੀਅਰਫੁਲ ਕਰਦੇ ਆ, ਵੀ ਉਹ ਤੋਂ ਡਰਦੇ ਮਾਰੇ ਫਿਰ ਉਹ ਸਿੱਖਾਂ ਤੇ ਜਿਹੜਾ ਹੈਗਾ ਰਿਪਰੈਸ਼ਨ ਉਹ ਕਰਨਾ ਸ਼ੁਰੂ ਕਰ ਦਿੰਦੇ। ਉਹ ਕਹਿੰਦੇ ਵੀ ਤੁਸੀਂ ਅੱਜ ਕੈਨੇਡਾ ਨੇ 40 ਸਾਲਾਂ ਬਾਅਦ ਜਾ ਕੇ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕੀਤੀ ਹੈਗੀ ਆ, ਪਰ ਅਸੀਂ ਜਿਹੜਾ ਹੈਗਾ ਸਿੱਖ ਹੈਗੇ ਆ, ਇਹ 40 ਸਾਲਾਂ ਤੋਂ ਉਸ ਰਿਪਰੈਸ਼ਨ ਦੀਆਂ ਵੱਖ-ਵੱਖ ਫਾਰਮਸ ਆ ਜਿਹੜੀਆਂ ਹਨ, ਵੀ ਬਹੁਤ ਕੁਛ ਆ, ਵੀ ਜਿਹੜਾ ਹੈਗਾ ਵੀ ਜਿਹੜੀਆਂ ਵੱਖ-ਵੱਖ ਕਿਸਮ ਨਾਲ ਸਾਨੂੰ ਇੰਟੀਮੀਡੇਟ ਕੀਤਾ ਜਾਂਦਾ ਰਿਹਾ, ਸਾਨੂੰ ਬੁਲਿੰਗ ਕੀਤਾ ਜਾਂਦਾ ਰਿਹਾ ਹਨਾ। ਵੀ ਜਿਹੜੇ ਸਿੱਖ ਵੈਲਿਊਜ਼ ਲਈ ਜਾਂ ਸਿੱਖ ਐਕਟਿਵਿਜ਼ਮ ਕਰਦੇ ਆ, ਸਿੱਖਾਂ ਦੀ ਗੱਲ ਕਰਦੇ ਆ, ਉਹਨਾਂ ਦੇ ਵੀਜ਼ੇ ਵਗੈਰਾ ਬੰਦ ਕਰ ਦਿੱਤੇ ਜਾਂਦੇ ਆ ਜਾਂ ਉਹਨਾਂ ਨੂੰ ਹੋਰ ਬਹੁਤ ਢੰਗਾਂ ਨਾਲ ਹਰਾਸ ਕੀਤਾ ਜਾਂਦਾ, ਉਹਨਾਂ ਨੂੰ ਬੁਲਾ ਕੇ ਆਪਣੇ ਇੰਡਾਇਰੈਕਟ ਏਜੰਟਾਂ ਦੇ ਹੀ ਧਮਕੀਆਂ ਦਿੱਤੀਆਂ ਜਾਂਦੀਆਂ। ਸੋ ਇਸ ਤਰ੍ਹਾਂ ਬੇਸਿਕ ਵੈਲਿਊਜ਼ 'ਚ ਉਹਨਾਂ ਨੇ ਇਨੀਸ਼ੀਅਲੀ ਗੱਲ ਕਰਦੇ ਆ ਇਹ ਸਵਾਲ ਉਠਾਏ ਆ ਵੀ ਸਿੱਖ ਨੇ ਜਿਹੜੇ 40 ਸਾਲਾਂ ਤੋਂ ਉਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਕਿ ਅਣਦਿਸਦਾ ਰੂਪ ਆ, ਜਿਹੜਾ ਦਿਸਦਾ ਨਹੀਂ ਸੀ ਹਨਾ, ਬਿਹਾਈਂਡ ਦੀ ਸੀਨ ਚੱਲਦਾ ਸੀ, ਪਰ ਅਸੀਂ ਫੀਲ ਕਰਦੇ ਸੀ ਵੀ ਸਿੱਖਾਂ ਨੇ ਉਸ ਰਿਪਰੈਸ਼ਨ ਨੂੰ ਆਪਣੇ ਪਿੰਡੇ ਤੇ ਹੰਢਾਇਆ। ਪਰ ਉਹ ਕਹਿੰਦਾ ਵੀ ਹੁਣ ਤੁਸੀਂ ਰੈਕੋਗਨਾਈਜ਼ ਤੁਸੀਂ 40 ਸਾਲਾਂ ਬਾਅਦ ਕਰਿਆ, ਇਹ ਹੁਣ ਤੁਹਾਡੀ ਵੀ ਗਲਤੀ ਕਹੀ ਜਾ ਸਕਦੀ ਹੈ ਵੀ ਤੁਸੀਂ ਇੰਨੇ ਸਾਲਾਂ ਤੋਂ ਜਿਹੜਾ ਹੈਂਡ ਇਨ ਗਲਵ ਆ ਜਿਹੜਾ ਉਹ ਇੰਡੀਆ ਨਾਲ ਰਹੇ ਆ। ਸੋ ਬੇਸਿਕ ਆਰਗੂਮੈਂਟ ਵੀ ਜਸਕਰਨ ਸਿੰਘ ਨੇ ਇਹ ਗੱਲ ਕਹੀ ਹੈਗੀ ਆ। ਸੋ ਬਿਲਕੁਲ, ਸੋ ਸ਼ੀਸ਼ਾ ਜਿਹੜਾ ਉਹਨਾਂ ਨੇ ਦਿਖਾਉਣ ਦੀ ਉੱਥੇ ਉਹਨਾਂ ਨੂੰ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਇਸੇ ਦੇ ਵਿੱਚ ਹੀ ਆਪਾਂ ਅੱਗੇ ਵਧੀਏ ਤਾਂ ਜਸਕਰਨ ਸਿੰਘ ਅਨੁਸਾਰ ਭਾਰਤ ਕਿਵੇਂ ਕੈਨੇਡਾ ਵਿੱਚ ਦਖਲ ਅੰਦਾਜ਼ੀ ਕਰ ਰਿਹਾ, ਉਹਨਾਂ ਨੇ ਕੀ ਇਸ ਦੇ ਬਾਰੇ ਦੱਸਿਆ? ਹਾਂਜੀ ਹਾਂਜੀ, ਉਹ ਕਹਿੰਦਾ ਵੀ ਦੇਖੋ ਇੱਕ ਤਾਂ ਜਿਹੜੇ ਹੈਗੇ ਵੀ ਉੱਥੇ ਕੈਨੇਡਾ ਵਿੱਚ ਰਹਿ ਰਹੇ ਆ, ਉਹ ਆਪਣੇ ਏਜੰਟਾਂ ਰਾਹੀਂ ਜਿਹੜੇ ਕੁਝ ਕਮਿਊਨਿਟੀ ਦੇ ਲੋਕ ਆ ਇੰਡੀਅਨ ਗਵਰਨਮੈਂਟ ਨਾਲ ਅਲਾਈ ਕਰਦੇ ਆ, ਉਹਨਾਂ ਦੇ ਰਾਹੀਂ ਸੁਨੇਹੇ ਭੇਜੇ ਜਾਂਦੇ ਆ, ਉਹਨਾਂ ਨੂੰ ਸਾਇਲੈਂਟ ਹੋਣ ਲਈ ਕਿਹਾ ਜਾਂਦਾ ਤੇ ਮੁੜ ਕੇ ਉਹਨਾਂ ਦੇ ਵੀਜ਼ੇ ਆ ਜਿਹੜੇ ਉਹ ਰੋਕ ਦਿੱਤੇ ਜਾਂਦੇ ਹੈਗੇ ਆ, ਉਹਨਾਂ ਨੂੰ ਆਪਣੇ ਪਰਿਵਾਰਾਂ ਨਾਲ ਮਿਲਣ ਲਈ ਨਹੀਂ ਦਿੱਤਾ ਜਾਂਦਾ। ਹੁਣ ਸੋਸ਼ਲ ਉੱਤੇ ਉਹ ਤੋਂ ਬਿਨਾਂ ਕਹਿੰਦਾ ਵੀ 80s ਤੋਂ ਬਾਅਦ ਜਿਹੜਾ ਹੋਇਆ ਵੀ ਜਿਹੜਾ ਐਥਨਿਕ ਨਿਊਜ਼ਪੇਪਰ ਜਾਂ ਐਥਨਿਕ ਮੀਡੀਆ ਸੀ ਉਹਦੇ ਤੇ ਬਹੁਤ ਦੇਰ ਦਬਾਅ ਤੇ ਪ੍ਰਭਾਵ ਪਾਉਂਦੇ ਰਹੇ ਹੈਗੇ ਆ। ਸੋ ਇੰਡੀਅਨ ਏਜੰਟਸ ਨੇ ਉਹਨਾਂ ਤੇ ਬਹੁਤ ਜ਼ਿਆਦਾ ਦਬਾਅ ਪਾਇਆ, ਜਿਹੜਾ ਪੰਜਾਬੀ ਮੀਡੀਆ ਸੀ ਖਾਸ ਕਰਕੇ ਹਨਾ। ਸੋ ਪੰਜਾਬੀ ਮੀਡੀਆ ਨੂੰ ਡਰਾਇਆ ਧਮਕਾਇਆ ਜਾਂ ਇਨਫਲੂਐਂਸ ਕੀਤਾ ਜਾਂਦਾ ਰਿਹਾ ਫੇਵਰੇਬਲ ਕੁਛ ਨਾ ਕੁਛ ਜਿਹੜੀਆਂ ਗੱਲਾਂ ਕਰਕੇ ਆ ਇਸ ਤਰ੍ਹਾਂ ਦਾ ਜਿਹੜਾ ਹੈਗਾ। ਤੇ ਈਵਨ ਗੁਰਦੁਆਰਾ ਪੋਲਿਟਿਕਸ ਵਿੱਚ ਜਿਹੜੀ ਹੈਗੀ ਆ ਵੀ ਉੱਥੇ ਕੌਣ ਬੰਦੇ ਜਿਹੜੇ ਹੈਗੇ ਆ ਉਹ ਰਿਪਰੈਜ਼ੈਂਟ ਕਰਨਗੇ, ਕਿਹੜੀ ਧਿਰ ਰਿਪਰੈਜ਼ੈਂਟ ਕਰੂਗੀ, ਸਿੱਖਾਂ ਦੇ ਜਿਹੜੇ ਸਿੱਖ ਲੀਡਰਸ ਆ ਉਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਵੀ ਜਿਹੜੀ ਸਿੱਖਾਂ ਦੀ ਗੱਲ ਨਾ ਕਰਨ, ਜਿਹੜੇ ਪ੍ਰੋ ਇੰਡੀਅਨ ਹੁਣ ਵੀ ਇਸ ਤਰ੍ਹਾਂ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਹੁਣ ਸੋਸ਼ਲ ਮੀਡੀਆ ਦੇ ਆਉਣ ਨਾਲ ਕਹਿੰਦਾ ਹੋਇਆ ਵੀ
ਚੈਨਲ ਬੰਦ ਕੀਤੇ ਜਾ ਰਹੇ, ਉਹਨਾਂ ਦੀਆਂ ਆਪਣੀਆਂ ਡੈਫੀਨੇਸ਼ਨਸ ਆ ਜਿਹੜੀਆਂ ਵੀ ਉਹ ਟੈਰਰਿਜ਼ਮ ਬਾਰੇ, ਉਹ ਐਕਟਿਵਿਜ਼ਮ ਨੂੰ ਵੀ ਟੈਰਰਿਜ਼ਮ ਕਹਿ ਰਹੇ ਆ। ਉਹ ਕਹਿੰਦੇ ਵੀ ਆਹ ਜਿਹੜਾ ਕੁਝ ਹੁਣ ਮੈਂ ਬੋਲ ਰਿਹਾ, ਕਹਿੰਦੇ ਵੀ ਅੱਜ ਤੁਹਾਡੇ ਸਾਹਮਣੇ ਜਿਹੜੀ ਮੈਂ ਟੈਸਟੀਮਨੀ ਦੇ ਰਿਹਾ, ਉਹ ਇੰਡੀਆ ਦੇ ਹਿਸਾਬ ਨਾਲ ਟੈਰਰਿਜ਼ਮ ਦਾ ਐਕਟ ਆ। ਮੇਰੀ ਟੈਸਟੀਮਨੀ ਨੂੰ ਵੀ ਐਕਟ ਆਫ ਟੈਰਰਿਜ਼ਮ ਮੰਨਿਆ ਜਾ ਰਿਹਾ, ਜਿਹੜੀ ਇੰਡੀਆ ਜਿਹੜੀ ਵਿਆਖਿਆ ਜਿਹੜੀ ਉਹ ਡਿਫਾਈਨ ਕਰ ਰਿਹਾ ਹੈਗਾ ਨਾ। ਸੋ ਇਸ ਤਰ੍ਹਾਂ ਉਹਨਾਂ ਨੇ ਦੱਸਿਆ ਹੈਗਾ ਵੀ ਬਹੁਤ। ਤੇ ਦੂਸਰਾ ਉਹ ਕਹਿੰਦੇ ਹੈਗੇ ਵੀ ਜਿਹੜਾ ਕੈਨੇਡਾ ਦੇ ਪੋਲੀਟੀਕਲ ਸਿਸਟਮ ਵਿੱਚ ਜਿਹੜੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਵੀ ਸਿੱਖਾਂ ਜਿਹੜੇ ਸਿੱਖ ਲੀਡਰਸ਼ਿਪ ਆ, ਜਿਹੜੇ ਕੈਨੇਡਾ ਵਿੱਚ ਚੁਣੇ ਹੋਏ ਮੈਂਬਰ ਆਫ ਪਾਰਲੀਮੈਂਟ ਆ, ਉਹਨਾਂ ਨੂੰ ਟੈਰਰਿਸਟ ਕਿਹਾ ਜਾ ਰਿਹਾ। ਉਹਨਾਂ ਨੇ ਹਰਜੀਤ ਸਿੰਘ ਸੱਜਣ ਦਾ ਨਾਂ ਲਿਆ ਵੀ ਕੈਨੇਡਾ ਦੇ ਡਿਫੈਂਸ ਮਿਨਿਸਟਰ ਨੂੰ ਇੰਡੀਆ ਵਿੱਚ ਟੈਰਰਿਸਟ ਕਿਹਾ ਗਿਆ। ਸੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਉਹ ਕਹਿੰਦਾ ਵੀ ਟੈਰਰਿਸਟਾਂ ਦਾ ਹਮਾਇਤੀ ਹੈ ਜਿਹੜਾ ਕਿਹਾ ਗਿਆ। ਐਨਡੀਪੀ ਦੇ ਲੀਡਰ ਜਗਮੀਤ ਸਿੰਘ ਤੇ ਟੈਰਰਿਜ਼ਮ ਦਾ ਲੇਬਲ ਲਾਇਆ ਗਿਆ। ਸੋ ਇਸ ਤਰ੍ਹਾਂ ਜਸਕਰਨ ਸਿੰਘ ਨੇ ਜਿਹੜਾ ਪਿਛਲੇ 40 ਸਾਲਾਂ ਤੋਂ ਜਿਸ ਕਿਸਮ ਨਾਲ ਇੱਕ ਤਰ੍ਹਾਂ ਨਾਲ ਇੱਕ ਰਿਪਰੈਸ਼ਨ ਵਿੱਚ ਜਿਹੜਾ ਰਹਿ ਰਿਹਾ ਸੀ ਹਨਾ, ਵੀ ਉਹ ਸਾਰੇ ਨੂੰ ਇੱਕ ਤਰ੍ਹਾਂ ਨਾਲ ਖੋਲ ਕੇ ਰੱਖਿਆ ਹੈ। ਕਾਫੀ ਆਪਾਂ ਕਹਿ ਸਕਦੇ ਹਾਂ ਵੀ ਵਿਦਵਤਾਪੂਰਨ ਢੰਗ ਨਾਲ। ਇੱਕ ਤਾਂ ਉਹ ਵਕੀਲ ਨੇ, ਉਹਨਾਂ ਕੋਲ ਫੈਕਟਸ ਐਂਡ ਫਿਗਰਸ ਸਾਰੀਆਂ ਸੀਗੀਆਂ। ਸੋ ਉਸ ਸੰਦਰਭ ਵਿੱਚ ਉਹਨਾਂ ਨੇ ਸਾਰਾ ਉਹ ਆਪਣਾ ਹੋਮਵਰਕ ਕਰਕੇ ਆਏ ਹੋਏ ਸੀ। ਇਸ ਸੰਦਰਭ ਵਿੱਚ ਉਹਨਾਂ ਨੇ ਜਿਹੜਾ ਕਾਫੀ ਅੱਛਾ ਆਪਾਂ ਕਹਿ ਸਕਦੇ ਹਾਂ ਵੀ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਆ ਉਹ ਕਰੀ ਹੈਗੀ ਆ, ਤਾਂ ਕਿ ਅੱਗੇ ਤੋਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਨਾ ਹੋਣ। ਸੋ ਕੈਨੇਡਾ ਦੇ ਵਿੱਚ ਵਧੀਆ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਆ। ਉਹਨਾਂ ਨੇ ਕੈਨੇਡਾ ਦੀ ਸਰਕਾਰ ਤੇ ਵੀ ਜਿਹੜਾ ਨਰਮ ਰੁਖ ਅਪਣਾਉਣ ਦੇ ਦੋਸ਼ ਲਾਏ ਆ, ਉਹ ਕਿਵੇਂ? ਹਾਂਜੀ। ਸੋ ਹੁਣ ਉਹ ਕਹਿੰਦਾ ਵੀ ਕੈਨੇਡਾ ਦੀ ਸਰਕਾਰ ਪਿਛਲੇ 40 ਸਾਲਾਂ ਤੋਂ ਅੱਖਾਂ ਮੀਚ ਕੇ ਬੈਠੀ ਹੈ, ਸਾਡੇ ਨਾਲ ਇੰਨਾ ਕੁਝ ਹੁੰਦਾ ਰਿਹਾ ਹਨਾ। ਅਸੀਂ ਵਾਰ-ਵਾਰ ਆਪਣੇ ਰਿਪਰੈਜ਼ੈਂਟੇਟਿਵਸ ਰਾਹੀਂ, ਚੁਣੇ ਹੋਏ ਨੁਮਾਇੰਦਿਆਂ ਰਾਹੀਂ ਕੈਨੇਡੀਅਨ ਗਵਰਨਮੈਂਟ ਨੂੰ ਅਪਰੋਚ ਕਰਦੇ ਰਹੇ ਵੀ ਸਾਡੇ ਨਾਲ ਇਹ ਹੋ ਰਿਹਾ। ਉਹ ਕਹਿੰਦਾ ਵੀ ਸਿਰਫ ਟ੍ਰੇਡ ਕਰਨ ਲਈ, ਉਹਦੇ ਨਾਲ ਟ੍ਰੇਡ ਦੇ ਜਿਹੜੇ ਸਮਝੌਤੇ ਕਰਨ ਲਈ ਭਾਰਤ ਨਾਲ ਤੁਸੀਂ ਸਾਰਾ ਕੁਝ ਇਗਨੋਰ ਕਰਦੇ ਰਹੇ। 40 ਸਾਲਾਂ ਤੋਂ ਤੁਸੀਂ ਲਗਾਤਾਰ ਇਗਨੋਰ ਆ ਜਿਹੜੇ ਕਰਦੇ ਰਹੇ। ਕਹਿੰਦਾ ਕੁਝ ਸਮਾਂ ਪਹਿਲਾਂ ਕੈਨੇਡੀਅਨ ਸਰਕਾਰ ਨੇ ਇੱਕ ਪਾਬੰਦੀ ਲਾਈ ਸੀ ਵੀ ਜਿਹੜੇ ਭਾਰਤ ਵਿੱਚ ਪੁਲਿਸ ਆਫੀਸਰਸ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਆ ਜਾਂ ਤਸ਼ੱਦਦ ਕਰਿਆ ਜਾਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕਰੀਆਂ, ਉਹਨਾਂ ਨੂੰ ਵੀਜ਼ੇ ਦੇਣੇ ਬੰਦ ਕਰ ਦਿੱਤੇ ਸੀ। ਪਰ ਭਾਰਤ ਨੇ ਇਹਦਾ ਵਿਰੋਧ ਕਰਿਆ ਤੇ ਤੁਸੀਂ ਦੁਬਾਰੇ ਵੀਜ਼ੇ ਦੇਣੇ ਚਾਲੂ ਕਰ ਦਿੱਤੇ ਹੋਏ ਆ ਹਨਾ। ਵੀ ਇਹ ਜਿਹੜੀਆਂ ਗੱਲਾਂ ਨੇ ਹਨਾ, ਵੀ ਤੁਸੀਂ ਇੱਕ ਤਰ੍ਹਾਂ ਨਾਲ ਹੈਂਡ ਇਨ ਗਲਵ ਆ ਵੀ ਜਿਹੜੀਆਂ ਹਿਊਮਨ ਰਾਈਟਸ ਦੇ ਵਾਇਲੇਟਰਸ ਨੇ, ਤੁਸੀਂ ਉਹਨਾਂ ਨੂੰ ਵੀਜ਼ੇ ਦੇਣ ਦਾ ਜਿਹੜਾ ਉਹ ਹੈਗਾ ਉਹ ਕਰ ਰਹੇ ਹੈਗੇ ਆ। ਸੋ ਇਹ ਹੈਂਡ ਇਨ ਗਲਵ। ਉਹ ਕਹਿੰਦਾ ਵੀ ਤੁਸੀਂ ਬਹੁਤ ਦੇਰ ਤੋਂ ਜਿਹੜਾ ਰਿਪਰੈਸ਼ਨ ਹੋ ਰਿਹਾ ਸੀਗਾ, ਸਾਇਲੈਂਟ ਰਿਪਰੈਸ਼ਨ ਹੋ ਰਿਹਾ ਸੀਗਾ ਵੱਖ-ਵੱਖ ਥਾਵਾਂ ਤੇ, ਜਦੋਂ ਵੀ ਅਸੀਂ ਆਵਾਜ਼ ਉਠਾਈ ਹੈਗੀ ਆ ਨਾ, ਵੀ ਉਹ ਉਸ ਤਰ੍ਹਾਂ ਹੋਗਾ ਵੀ ਹੁਣ ਮੀਡੀਆ ਚੈਨਲਸ ਆ ਜਿਹੜੇ ਉਹ ਬੰਦ ਕਰੇ ਹੈਗੇ ਆ। ਸੋ ਸਾਡੀ ਕਮਿਊਨਿਟੀ ਦੀ ਪੁਲਿਸਿੰਗ ਆ ਜਿਹੜੀ ਉਹ ਕਰ ਰਹੇ ਹੈਗੇ। ਈਵਨ ਉਹਨੇ ਤਾਂ ਇਹ ਕਿਹਾ ਹੈਗਾ ਵੀ ਜਿਹੜੀਆਂ ਇੰਡੀਆ ਦੀਆਂ ਐਮਬੈਸੀਆਂ ਨੇ, ਦੇ ਆਰ ਹੱਬ ਫॉर ਸਪਾਈਨੇਜ ਹੈ ਨਾ। ਉਹ ਕਹਿੰਦੇ ਵੀ ਇਹ ਜਿਹੜੀਆਂ ਜਸੂਸੀ ਕਰਨ ਦੇ ਜਿਹੜੇ ਅੱਡੇ ਆ ਜਿਹੜੇ ਬਣੇ ਹੋਏ ਆ। ਹੁਣ ਉਹਨਾਂ ਨੇ ਇੰਡੀਆ ਦੀ ਉਸ ਉਦਾਂ ਹਾਲਾਤ ਬਾਰੇ ਦੱਸਿਆ ਵੀ ਤੁਸੀਂ ਉਹਨੂੰ ਡੈਮੋਕ੍ਰੈਟਿਕ ਕੰਟਰੀ ਮੰਨੀ ਜਾਂਦੇ ਹੋ, ਪਰ ਪ੍ਰੈਸ ਫਰੀडम ਵਿੱਚ ਸਾਰੀ ਦੁਨੀਆ ਵਿੱਚ ਉਹਦਾ 161ਵਾਂ ਨੰਬਰ ਹੈਗਾ ਹਨਾ। ਸੋ ਆਟੋਕ੍ਰੇਸੀ ਵੱਲ ਵੱਧ ਰਿਹਾ ਹੈਗਾ, ਇੱਕ ਹੋਸਟਾਈਲ ਸਟੇਟ ਆ। ਸੋ ਉਹਨੂੰ ਵੈਸਟਰਨ ਡੈਮੋਕ੍ਰੇਸੀਜ਼ ਵਾਂਗ ਲਿਬਰਲ, ਪਿਓਰ ਐਂਡ ਟਰਾਂਸਪੇਰੈਂਟ ਡੈਮੋਕ੍ਰੇਸੀ ਦੇ ਤੌਰ ਤੇ ਨਾ ਦੇਖਿਆ ਜਾਵੇ। ਸੋ ਉਹਨਾਂ ਨੇ ਕਿਹਾ ਵੀ ਤੁਹਾਨੂੰ ਆਪਣੀਆਂ ਜਿਹੜੀਆਂ ਤਰਜੀਹਾਂ ਤੇ ਡੈਫੀਨੇਸ਼ਨਸ ਆ ਇੰਡੀਆ ਬਾਰੇ ਬਦਲਣੀਆਂ ਪੈਣਗੀਆਂ। ਸੋ ਇਸ ਕਿਸਮ ਨਾਲ ਜਸਕਰਨ ਸਿੰਘ ਨੇ ਆਪਣੇ ਜਿਹੜੇ ਵਿਚਾਰ ਹੈਗੇ ਆ ਉਹ ਪ੍ਰਗਟ ਕਰੇ ਹੈਗੇ ਆ। ਜਦੋਂ ਟੈਸਟੀਮੋਨੀ ਹੋ ਰਹੀ ਸੀ ਉਦੋਂ ਇਨਕੁਆਇਰੀ ਹੈਡ ਨੇ ਭਾਰਤੀ ਦਖਲਅੰਦਾਜ਼ੀ ਦੇ ਪ੍ਰਭਾਵ ਬਾਰੇ ਜਾਣਨਾ ਚਾਹਿਆ। ਜਸਕਰਨ ਸਿੰਘ ਹੁਣਾਂ ਦਾ ਕੀ ਜਵਾਬ ਸੀ ਉਸ ਵਕਤ? ਹਾਂਜੀ। ਜਸਕਰਨ ਸਿੰਘ ਨੇ ਕਿਹਾ ਵੀ ਇੰਨੇ 40 ਸਾਲਾਂ ਦੇ ਰਿਪਰੈਸ਼ਨ ਦਾ ਪ੍ਰਭਾਵ ਇਹ ਹੋਇਆ ਵੀ ਜਦੋਂ ਤੱਕ ਤੁਸੀਂ ਉਹਨਾਂ ਨੂੰ ਕਾਊਂਟਰ ਨਹੀਂ ਕਰਿਆ, ਹੁਣ ਤਾਂ ਉਹਨਾਂ ਨੇ ਬੰਦੇ ਮਾਰਨੇ ਸ਼ੁਰੂ ਕਰ ਦਿੱਤੇ ਹਨਾ। ਵੀ ਪ੍ਰਭਾਵ ਤਾਂ ਇਹ ਪਿਆ ਹੈਗਾ ਹਨਾ, ਵੀ ਤੁਹਾਡੀ ਧਰਤੀ ਤੇ ਆ ਕੇ ਤੁਹਾਡੇ ਸਿਟੀਜ਼ਨ ਨੂੰ ਮਾਰ ਕੇ ਉਹ ਚਲੇ ਗਏ ਹੈਗੇ ਆ ਹਨਾ। ਵੀ ਇਹੀ ਪ੍ਰਭਾਵ ਆ ਜਿਹੜਾ ਪਿਆ ਹੈਗਾ ਸਭ ਤੋਂ ਵੱਡਾ। ਉਹ ਕਹਿੰਦਾ ਵੀ ਮੈਨੂੰ ਇਸ ਗੱਲ ਤੋਂ ਅਚੰਭਾ ਨਹੀਂ ਹੋਇਆ ਵੀ ਭਾਰਤ ਸਰਕਾਰ ਦੇ ਏਜੰਟਾਂ ਨੇ ਇੱਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ। ਮੈਨੂੰ ਇਸ ਗੱਲੋਂ ਹੈਰਾਨੀ ਹੋਈ ਵੀ ਕੈਨੇਡਾ ਦਾ ਪ੍ਰਧਾਨ ਮੰਤਰੀ ਪਾਰਲੀਮੈਂਟ ਵਿੱਚ ਖੜ ਕੇ ਭਾਰਤ ਦੇ ਖਿਲਾਫ ਬੋਲਣ ਕਿਵੇਂ ਲੱਗ ਗਿਆ। ਸਾਨੂੰ ਤਾਂ ਇਸ ਗੱਲੋਂ ਹੈਰਾਨੀ ਹੋਈ ਆ ਵੀ ਸਾਡੇ ਤਾਂ ਹੱਕ ਵਿੱਚ ਪਿਛਲੇ 40 ਸਾਲਾਂ ਤੋਂ ਬੋਲਿਆ ਕੋਈ ਨਹੀਂ ਹੈਗਾ ਹਨਾ। ਸੋ ਜਸਕਰਨ ਸਿੰਘ ਨੇ ਕਹਿੰਦਾ ਮੈਨੂੰ ਹੈਰਾਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਹੋਇਆ ਵੀ ਉਹ ਅੱਜ ਪਹਿਲੀ ਵਾਰ ਕੈਨੇਡਾ ਦਾ ਕੋਈ ਜਿਹੜਾ ਪੋਲੀਟੀਸ਼ੀਅਨ ਆ ਉਹ ਸਿੱਖਾਂ ਦੇ ਹੱਕ ਵਿੱਚ ਬੋਲਿਆ। ਇਹ ਕਿਵੇਂ ਹੋ ਗਿਆ? ਸਾਨੂੰ ਬੰਦੇ ਮਾਰਨ ਦੀ ਨਹੀਂ, ਉਹ ਤਾਂ ਸਾਨੂੰ ਪਤਾ ਵੀ ਸਾਡੇ ਬੰਦੇ ਮਾਰੇ ਹੀ ਜਾਣੇ ਆ ਹਨਾ, ਸਾਡੇ ਤੇ ਜਿਸ ਤਰ੍ਹਾਂ ਦਾ ਰਿਪਰੈਸ਼ਨ ਹੋ ਰਿਹਾ। ਸੋ ਉਹਨੇ ਕੈਨੇਡੀਅਨ ਪੋਲੀਟੀਸ਼ੀਅਨਸ ਨੂੰ ਅਵੇਕਨਿੰਗ ਕਾਲ ਦਿੱਤੀ ਆ ਵੀ ਉਹ ਡੈਮੋਕ੍ਰੈਟਿਕ ਵੈਲਿਊਜ਼ ਦੇ ਹਿਸਾਬ ਦੇ ਨਾਲ ਸਿੱਖਾਂ ਨਾਲ ਰਿਲੇਸ਼ਨ ਬਣਾਉਣ ਤੇ ਉਹਨਾਂ ਦੀਆਂ ਜਿਹੜੇ ਕੰਸਰਨਸ ਹੈਗੇ ਉਹਨਾਂ ਨੂੰ ਐਡਰੈਸ ਕਰਿਆ ਜਾਵੇ। ਤੇ ਜਿਹੜੇ ਭਾਰਤ ਨਾਲ ਵੀ ਆ ਡੈਮੋਕ੍ਰੈਟਿਕ ਦੀ ਹਿਊਮਨ ਰਾਈਟਸ ਵੈਲਿਊਜ਼ ਐਂਡ ਜਿਹੜੀ ਪਿਓਰ ਐਂਡ ਫ੍ਰੀ ਡੈਮੋਕ੍ਰੇਸੀ ਆ ਤੇ ਟਰਾਂਸਪੇਰੈਂਟ ਡੈਮੋਕ੍ਰੇਸੀ ਆ ਉਹਦੇ ਹਿਸਾਬ ਨਾਲ ਜਿਹੜੇ ਰਿਲੇਸ਼ਨਸ ਆ ਬਣਾਏ ਜਾਣ। ਸੋ ਇਹ ਨਾ ਹੋਵੇ ਵੀ ਭਾਰਤ
ਇੰਟਰਨਲ ਪਾਲਿਸੀ ਵਿੱਚ ਉਹ ਕਹਿੰਦਾ ਵੀ ਹੁਣ ਜਿੱਦਾਂ ਉਹ ਜਿਹੜੀ ਮੈਂਬਰਸ਼ਿਪ ਆ ਪਾਰਟੀਆਂ ਦੀ, ਚਾਹੇ ਕੰਜ਼ਰਵੇਟਿਵ ਦੀ ਹੈ ਚਾਹੇ ਲੇਬਰ ਜਾਂ ਲਿਬਰਲ ਦੀ ਹੈਗੀ ਆ, ਉਹ ਮੈਂਬਰਸ਼ਿਪ ਖਰੀਦੀ ਜਾ ਰਹੀ ਆ ਭਾਰਤ ਦੇ ਅਮੀਰਾਂ ਵੱਲੋਂ। ਉਹਦੇ ਵਿੱਚ ਆਪਣੇ ਮੈਂਬਰ ਪਲਾਂਟ ਕੀਤੇ ਜਾ ਰਹੇ ਆ। ਉਹ ਮੈਂਬਰ ਫਿਰ ਅੱਗੇ ਜਾ ਕੇ ਜਿਹੜੇ ਮੈਂਬਰ ਆਫ ਪਾਰਲੀਮੈਂਟ, ਐਮਐਲਏ, ਐਮਪੀਪੀ ਬਣਨੇ ਆ, ਉਹਨਾਂ ਦੀ ਨੋਮੀਨੇਸ਼ਨ ਕਰਦੇ ਆ। ਉਹ ਕਹਿੰਦਾ ਵੀ ਗ੍ਰਾਸ ਰੂਟਸ ਤੋਂ ਹੀ ਉਹ ਆਪਣੇ ਬੰਦੇ ਉਹ ਫਿੱਟ ਕਰੀ ਜਾ ਰਹੇ ਹੈਗੇ ਆ। ਸੋ ਮੈਂਬਰਸ਼ਿਪ ਖਰੀਦ ਕੇ ਨਾ ਵੀ ਉਹਨੇ ਇਨਫਲੂਐਂਸ ਕਰਨਾ। ਈਵਨ ਤੁਸੀਂ ਦੇਖੋ, ਉਹ ਕਹਿੰਦਾ ਵੀ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਦੀ ਜਦੋਂ ਚੋਣ ਹੁੰਦੀ ਆ ਤਾਂ ਉਹਦੇ ਵਿੱਚ ਵੱਡਾ ਇਨਫਲੂਐਂਸ ਆ ਜਿਹੜਾ ਸਾਹਮਣੇ ਆਉਂਦਾ ਇੰਡੀਆ ਗਵਰਨਮੈਂਟ ਦਾ ਨਾ, ਵੀ ਜੇ ਉਹ ਇੱਥੋਂ ਤੱਕ ਪਹੁੰਚ ਗਿਆ ਵੀ ਤੁਹਾਡੇ ਪੋਲੀਟੀਕਲ ਸਿਸਟਮ ਨੂੰ ਇਨਫਲੂਐਂਸ ਕਰ ਰਹੇ ਹੈਗੇ ਆ, ਇਟ ਮੀਨਸ ਦੇयर ਇਜ਼ ਬਿਗ ਹੋਲ ਇਨ ਦਿਸ ਸਿਸਟਮ ਐਜ਼ ਵੈਲ ਹੈ ਨਾ। ਸੋ ਇਹ ਉਹਨਾਂ ਨੇ ਜਿਹੜੀ ਗੱਲ ਹੈਗੀ ਆ ਉਹਨਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਸੋ ਅਵਤਾਰ ਸਿੰਘ ਜੀ, ਆਪਾਂ ਹੁਣ ਦੇਖ ਰਹੇ ਹਾਂ ਜਿੱਦਾਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇਹਨਾਂ ਮੁਲਕਾਂ ਵਿੱਚ ਕਹਿ ਸਕਦੇ ਹਾਂ ਵੀ ਸਰਕਾਰਾਂ ਕਿਤੇ ਨਾ ਕਿਤੇ ਹੁਣ ਸਿੱਖਾਂ ਦੇ ਹੱਕ ਦੇ ਵਿੱਚ ਵੀ ਆ, ਚਾਹੇ ਦੇਰੀ ਦੇ ਨਾਲ ਇਹ ਸਾਰਾ ਕੁਝ ਕਰ ਰਿਹਾ ਆ। ਇੱਥੇ ਸਿੱਖਾਂ ਨੂੰ ਕੀ ਸਲਾਹ ਆ, ਅੱਗੇ ਕਿੱਦਾਂ ਵਰਤਣਾ ਚਾਹੀਦਾ ਆ, ਇਸ ਚੀਜ਼ ਨੂੰ ਕਿੱਦਾਂ ਆਪਣੇ ਬੈਨੀਫਿਟ ਦੇ ਲਈ, ਆਪਣੀ ਆਵਾਜ਼ ਚੱਕਣ ਦੇ ਲਈ, ਆਪਣੀ ਗੱਲ ਰੱਖਣ ਦੇ ਲਈ ਇਹ ਕੀ ਅੱਗੇ ਜਿਹੜਾ ਆਪਾਂ ਕਹਿ ਸਕਦੇ ਵੀ ਕੀ ਰਣਨੀਤੀ ਹੋਣੀ ਚਾਹੀਦੀ ਸਿੱਖਾਂ ਦੀ? ਹਾਂਜੀ, ਸਿੱਖਾਂ ਕੋਲ ਇੱਕ ਨਾ ਇਸ ਵੇਲੇ ਲੀਡਰਸ਼ਿਪ ਦੀ ਬਹੁਤ ਵੱਡੀ ਘਾਟ ਹੈਗੀ। ਸੋ ਸਿੱਖਾਂ ਨੂੰ ਬਹੁਤ ਇੰਟੈਲੀਜੈਂਟ, ਜਿਹੜੇ ਆਪਾਂ ਕਹਿ ਸਕਦੇ ਵੀ ਡਿਪਲੋਮੈਟ ਲੈਵਲ ਦੇ ਜਿਹੜੇ ਸਿੱਖ ਮਾਈਂਡਸ ਆ, ਜਿਹੜੇ ਫੋਰਨ ਡਿਪਲੋਮੈਟਿਕ ਸਰਵਿਸਿਜ਼ ਵਿੱਚੋਂ ਜੇ ਕੋਈ ਸਿੱਖ ਹੈਗੇ ਆ, ਜਾਂ ਜਸਕਰਨ ਸਿੰਘ ਵਰਗੇ ਜਿਹੜੇ ਪੜ੍ਹੇ ਲਿਖੇ ਅਟਾਰਨੀਜ਼ ਨੇ, ਜਿਹੜੇ ਸਮੁੱਚੇ ਪੋਲੀਟੀਕਲ ਸਿਨੈਰੀਓ ਨੂੰ ਬਹੁਤ ਵਧੀਆ ਢੰਗ ਨਾਲ ਗ੍ਰਾਸਪ ਕਰਦੇ ਆ। ਸਾਡੇ ਕੋਲ 20, 25, 30 ਬੰਦਿਆਂ ਦੀ ਜਿਹੜੇ ਹਾਈਲੀ ਇੰਟੈਲੈਕਚੁਅਲ ਮਾਈਂਡਸ ਹੋਣ, ਉਹਨਾਂ ਦੀ ਇੱਕ ਟੀਮ ਚਾਹੀਦੀ ਆ। ਫਿਰ ਉਹ ਪੈਨ ਜਿਹੜਾ ਹੈਗਾ ਵੀ ਸਾਰੇ ਮੁਲਕਾਂ ਨਾਲ, ਹਨਾ, ਕਿਸੇ ਇੱਕ ਮੁਲਕ ਨਾਲ ਨਹੀਂ, ਅਮਰੀਕਾ, ਕੈਨੇਡਾ ਜਾਂ ਫਾਈਵ ਆਈਜ਼ ਦੇ ਜਿੰਨੇ ਵੀ ਨੇ। ਸੋ ਇੱਕ ਸਾਂਝੀ ਜਿਹੜੀ ਹੈਗੀ ਆਪਾਂ ਕਹਿੰਦੇ ਕਲੈਕਟਿਵ ਲੀਡਰਸ਼ਿਪ, ਗੁਰੂ ਸਾਹਿਬ ਨੇ ਸਾਨੂੰ ਜਿਹੜਾ 5 ਪਿਆਰਿਆਂ ਦਾ ਸਿਧਾਂਤ ਦਿੱਤਾ ਉਹ ਕਲੈਕਟਿਵ ਲੀਡਰਸ਼ਿਪ ਦਾ। ਸੋ ਉਸ ਕਲੈਕਟਿਵ ਲੀਡਰਸ਼ਿਪ ਵਰਗੇ ਇੱਕ ਬਹੁਤ ਹੀ ਜੀਨੀਅਸ ਮਾਈਂਡਸ ਆ ਜਿਹੜੇ ਸਿੱਖਾਂ ਦੇ, ਉਹ ਆਉਣੇ ਚਾਹੀਦੇ ਆ। ਉਹ ਡੈਮੋਕ੍ਰੈਟਿਕਲੀ ਵਰਕ ਕਰਨ, ਉਹਨਾਂ ਵਿੱਚ ਵਾਇਲੈਂਸ ਦਾ ਜਾਂ ਹੋਰ ਇਸ ਕਿਸਮ ਦਾ ਜਿਹੜਾ ਉਹ ਕੋਈ ਵੀ ਅੰਸ਼ ਨਾ ਹੋਵੇ। ਉਹ ਜਿਸ ਤਰ੍ਹਾਂ ਵੈਸਟ ਦੇ ਡਿਪਲੋਮੈਟਸ, ਬਰਨੀ ਸੈਂਡਰਸ ਵਰਗੇ ਲੋਕ ਨੇ, ਜਾਂ ਜਿਹੜੇ ਮਤਲਬ ਕਿ ਇਸ ਪੱਧਰ ਦੇ ਜਿਸ ਤਰ੍ਹਾਂ ਦੇ ਲੋਕ ਆ ਜਿਨ੍ਹਾਂ ਦਾ ਬੜਾ ਵੱਡਾ ਡਿਪਲੋਮੈਟਿਕ ਐਂਡ ਪੋਲੀਟੀਕਲ ਕਰੀਅਰ ਹੈਗਾ। ਸੋ ਇਸ ਕਿਸਮ ਦੇ ਬ੍ਰਿਲੀਅੰਟ ਮਾਈਂਡਸ ਆ ਸਾਨੂੰ ਜਿਹੜੇ ਉਹ ਕਲੱਬ ਕਰਨੇ ਪੈਣਗੇ, ਉਹਨਾਂ ਦੀਆਂ ਮੀਟਿੰਗਸ ਕਰਕੇ ਉਹਨਾਂ ਵਿੱਚ ਏਕਤਾ। ਔਰ ਉਹਦੇ ਵਿੱਚੋਂ ਸਾਡੇ ਇਹ ਹੁੰਦਾ ਵੀ ਜਦੋਂ ਵੀ ਸਾਡੇ ਗਰੁੱਪ ਇਕੱਠੇ ਹੁੰਦੇ ਆ, ਅਸੀਂ ਛੋਟੀ ਗੱਲ ਪਿੱਛੇ ਲੜ ਪੈਂਦੇ, ਤੂੰ ਨਿਤਨੇਮ ਕਿੰਨੀਆਂ ਬਾਣੀਆਂ ਦਾ ਕਰਦਾ, ਤੂੰ ਦਮਦਮੀ ਟਕਸਾਲ ਦਾ ਨਿਤਨੇਮ ਕਰਦਾ ਕਿ ਫਲਾਣੇ ਜਦੇ ਦਾ, ਮਤਲਬ ਕਿ ਅਸੀਂ ਇਹਦੇ ਪਿੱਛੇ ਇੱਕ ਦੂਜੇ ਦੇ ਸਿਰ ਪਾੜਨ ਲੱਗ ਜਾਂਦੇ ਹੈਗੇ। ਸੋ ਇਹ ਗੱਲਾਂ ਨੇ ਬਹੁਤ ਮਾਈਨਰ ਆ। ਜਦੋਂ ਇਸ਼ੂਜ਼ ਬਹੁਤ ਹਾਈਲੀ ਐਗਰੀਵੇਟਡ ਹੋਣ ਔਰ ਬਹੁਤ ਉੱਚੀ ਪੱਧਰ ਦੇ ਜਿਹੜੇ ਇਸ਼ੂਜ਼ ਹੋਣ, ਜਦੋਂ ਕੌਮ ਦੀ ਹੋਂਦ ਦਾ ਮਸਲਾ ਹੋਵੇ, ਉਦੋਂ ਇਹ ਛੋਟੇ ਮਸਲੇ ਨਿਤਨੇਮ ਦੀਆਂ ਬਾਣੀਆਂ ਦੇ ਜਾਂ ਹੋਰ ਆ, ਇਹ ਬਾਅਦ ਚੋਂ ਨਿਬੇੜੇ ਜਾ ਸਕਦੇ ਹੈਗੇ। ਸੋ ਇਸ ਵੇਲੇ ਸਾਨੂੰ ਚਾਹੀਦਾ ਕਿ ਵੀ ਸਾਡੇ ਕੋਲ ਹਾਈਲੀ ਐਜੂਕੇਟਡ ਬ੍ਰਿਲੀਅੰਟ ਮਾਈਂਡਸ ਆ ਜਿਹੜੇ ਉਹ ਕਲੱਬ ਕੀਤੇ ਜਾਣ। ਪਹਿਲਾਂ ਤਾਂ ਉਹਨਾਂ ਨੂੰ ਦੇਖਿਆ ਜਾਵੇ ਵੀ ਕਿਹੜੇ ਮੁਲਕ ਵਿੱਚ ਕੋਈ ਬੰਦਾ ਜਿਹੜਾ ਹੈਗਾ ਜਿਹੜਾ ਇਸ ਕਿਸਮ ਦੀ ਅਪਰੋਚ ਰੱਖਦਾ, ਉਹਨਾਂ ਦਾ ਇੱਕ ਲੀਡਰਸ਼ਿਪ ਦਾ ਗਰੁੱਪ ਹੈ 25-30 ਬੰਦਿਆਂ ਦਾ ਬਣਾਇਆ ਜਾਵੇ, ਜਿਹੜਾ ਵੈਸਟਰਨ ਜਿਹੜੀਆਂ ਤਾਕਤਾਂ ਨੇ ਉਹਨਾਂ ਦੇ ਨਾਲ ਗੱਲਬਾਤ ਨੂੰ ਅੱਗੇ ਵਧਾਉਣ ਵਿੱਚ ਸਹਾਈ ਹੋ ਸਕੇ। ਕੀ ਸਿੱਖ ਰਾਸ਼ਟਰਵਾਦ ਦਾ ਮੁੱਦਾ ਜਾਂ ਉਹਦੀ ਇੱਕ ਸਿਧਾਂਤ ਆ ਉਹ ਲੈਕ ਕਰ ਰਿਹਾ ਹੈ ਇਸ ਟਾਈਮ ਸਿੱਖਾਂ ਦੇ ਵਿੱਚ? ਹਾਂਜੀ। ਸੋ ਵੱਡੀ ਗੱਲ ਹੈਗੀ ਹੈ ਵੀ ਸਿੱਖ ਨੈਸ਼ਨਲਿਜ਼ਮ ਨੂੰ ਅਕੈਡਮਿਕਲੀ ਜਿਹੜਾ ਹੈਗਾ ਵੀ ਉਹਦੇ ਲਿਖਤੀ ਰੂਪ ਵਿੱਚ ਕੋਈ ਡਾਕੂਮੈਂਟੇਸ਼ਨ ਆ ਜਿਹੜੀ ਉਹ ਨਹੀਂ ਹੋ ਰਹੀ। ਸੋ ਉਹ ਅਸੀਂ ਲੈਕ ਕਰ ਰਹੇ ਹੈਗੇ ਆ। ਸੋ ਅਕੈਡਮਿਕਲੀ ਸਾਨੂੰ ਸਿੱਖ ਨੈਸ਼ਨਲਿਜ਼ਮ ਦੇ ਆਸਪੈਕਟ ਨੂੰ ਬਹੁਤ ਇੱਕ ਅੱਧੀ ਕਿਤਾਬ ਨਾਲ ਨਹੀਂ, 15, 20, 25, 30 ਕਿਤਾਬਾਂ ਜਿਹੜੀਆਂ, ਸੋ ਸਿੱਖ ਨੈਸ਼ਨਲਿਜ਼ਮ ਦੇ ਜਿਹੜੇ ਬਹੁਪੱਖੀ ਆਸਪੈਕਟਸ ਨੇ ਉਹ ਸਾਡਾ ਮੈਨੀਫੈਸਟੋ, ਉਹ ਸਾਡੀ ਲੀਡਰਸ਼ਿਪ ਆ ਜਿਹੜੀ ਲੀਡਰਸ਼ਿਪ ਨੂੰ ਜਿਹੜੇ ਅੱਗੇ ਨੈਵੀਗੇਟ ਕਰਨ ਲਈ ਵੀ ਰਸਤਾ ਦਿਖਾਵੇਗੀ ਤੇ ਥਿੜਕਣ ਤੋਂ ਵੀ ਬਚਾਵੇਗੀ। ਹੁਣ ਜਿਹੜੀ ਲੀਡਰਸ਼ਿਪ ਥਿੜਕ ਜਾਂਦੀ ਆ ਉਹਦੇ ਵਿੱਚੋਂ ਸਿੱਖ ਨੈਸ਼ਨਲਿਜ਼ਮ ਜਦੋਂ ਇੰਡੀਅਨ ਨੈਸ਼ਨਲਿਜ਼ਮ ਨਾਲ ਕ੍ਰਾਸ ਬਰੀਡ ਹੋ ਜਾਂਦਾ ਹੈ, ਸੋ ਉਸ ਵੇਲੇ ਫਿਰ ਉਹਦਾ ਹੀ ਹਿੱਸਾ ਬਣ ਜਾਂਦੇ ਹੈਗੇ। ਸੋ ਸਾਨੂੰ ਡੈਫੀਨੇਟਲੀ ਆਪਣਾ ਜਿਹੜਾ ਸਿੱਖਾਂ ਦੀ ਕੌਮੀ ਨਿਆਰੀ ਹੋਣ ਤੇ ਹਸਤੀ ਆ ਸਿੱਖ ਨੈਸ਼ਨਲਿਜ਼ਮ ਆ, ਉਹਦੇ ਬਾਰੇ ਬਹੁਤ ਕਲੈਰਿਟੀਜ਼ ਹੋਣੀਆਂ ਚਾਹੀਦੀਆਂ ਨੇ। ਤਾਂ ਉਹਨਾਂ ਕਲੈਰਿਟੀਜ਼ ਨੂੰ ਅਸੀਂ ਪੋਲੀਟੀਕਲ ਮਟੀਰੀਅਲਿਜ਼ਮ ਵਿੱਚ ਕਿਸ ਤਰ੍ਹਾਂ ਤਬਦੀਲ ਕਰਨਾ, ਉਹਦੇ ਬਾਰੇ ਸਾਨੂੰ ਸਮਝ ਆਉਣੀ ਚਾਹੀਦੀ ਹੈ। ਸਿਧਾਂਤ ਦੇ ਨਾਲ, ਸਿੱਖ ਸਿਧਾਂਤ ਦੇ ਨਾਲ ਜੁੜ ਕੇ ਰਹਿਣਾ, ਸਹੀ ਗਲਤ ਦੀ ਪਰਖ ਸਿੱਖ ਨਜ਼ਰੀਏ ਤੋਂ ਜਿਹੜੀ ਉਹ ਹੋਣੀ ਉਹ ਬਹੁਤ ਅਹਿਮ ਆ, ਉਹ ਬਹੁਤ ਜ਼ਰੂਰੀ ਆ। ਛੋਟੀਆਂ ਗੱਲਾਂ ਪਿੱਛੇ ਜਿੱਦਾਂ ਤੁਸੀਂ ਕਿਹਾ ਵੀ ਆਪਾਂ ਲੜਦੇ ਵੀ ਆ ਤੇ ਵਿਕ ਵੀ ਜਾਂਦੇ ਆ। ਪਿਛਲੀ ਵਾਰੀ ਵੀ ਆਪਾਂ ਇਹ ਗੱਲ ਕੀਤੀ ਸੀ ਵੀ ਇਹ ਕੌਮ ਬੜੀ ਨਿਆਰੀ ਆ, ਇਹ ਚੋਜ਼ਨ, ਜਿੱਦਾਂ ਤੁਸੀਂ ਦੱਸਦੇ ਸੀਗੇ ਵੀ ਹਾਂਜੀ ਚੋਜ਼ਨ ਪੀਪਲ ਆ, ਆਪਾਂ ਚੋਜ਼ਨ ਪੀਪਲ ਆ, ਸਾਡੇ ਚ ਉਹ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਪਰ ਅਸੀਂ ਲੈਕ ਕਰ ਰਹੇ ਹਾਂ। ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਲਿਖਿਆ ਵੀ ਜਦੋਂ
ਕੌਮਾਂ ਆਪਣੇ ਸਿਰਜਣਹਾਰੇ ਰਹਿਬਰਾਂ ਦੀ ਜਿਹੜੀ ਸ਼ੋਅ ਤੋਂ ਦੂਰ ਹੋ ਜਾਂਦੀਆਂ, ਉਹਨਾਂ ਦੀ ਮਾਨਸਿਕ ਤੇ ਸਿਧਾਂਤਕ ਸ਼ੋਅ ਤੋਂ ਦੂਰ ਹੋ ਜਾਂਦੀਆਂ, ਤਾਂ ਉਹਨਾਂ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰਵਿਰਤੀਆਂ ਪੈਦਾ ਹੋ ਜਾਂਦੀਆਂ, ਜਿਹਦੇ ਵਿੱਚ ਲੜਾਈ ਝਗੜਾ, ਮਾਰਾ ਮਰਾਈ, ਲਾਲਚ, ਛੋਟੀ ਛੋਟੀਆਂ ਲੰਗੜੀਆਂ ਜਾਂ ਕੁਰਸੀਆਂ ਪਿੱਛੇ ਹੀ ਲੜ ਪੈਣਾ, ਹਉਮੈ ਆ ਜਾਣੇ। ਸੋ ਇਹ ਸਾਰਾ ਉਹਨਾਂ ਨੇ ਆਪਣੇ ਸਹਿਜੇ ਰਚਿਓ ਖਾਲਸਾ ਵਿੱਚ ਬਹੁਤ ਵਿਸਤਾਰ ਨਾਲ ਦੱਸਿਆ ਵੀ ਆਪਣੇ ਸਿਰਜਣਹਾਰੇ ਰਹਿਬਰਾਂ ਦੀ ਮਾਨਸਿਕ ਤੇ ਧਾਰਮਿਕ ਤੇ ਜਿਹੜੀ ਉਹਨਾਂ ਦੀ ਇੱਕ ਸਿਧਾਂਤਕ ਛੋਹ ਆ, ਅਸੀਂ ਉਦੋਂ ਤੋਂ ਦੂਰ ਹੋ ਗਏ ਹਾਂ। ਚੂਜ਼ਨ ਪੀਪਲ ਹੋਣ ਦੇ ਬਾਵਜੂਦ ਵੀ ਅਸੀਂ ਉਹ ਕੁਆਲਿਟੀਜ਼ ਲੈਕ ਕਰ ਰਹੇ ਹਾਂ, ਉਹ ਸਾਡੇ ਵਿੱਚੋਂ ਘਟ ਗਈਆਂ ਹੋਈਆਂ ਨੇ। ਜੀ ਬਿਲਕੁਲ। ਸੋ ਅਵਤਾਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਜਿਹੜੇ ਆਪਣੇ ਨਾਲ ਗੱਲਬਾਤ ਜਿਹੜੀ ਉਹ ਕੀਤੀ, ਤੇ ਆਉਂਦੇ ਹਫ਼ਤਿਆਂ ਦੇ ਵਿੱਚ, ਆਉਂਦੇ ਦਿਨਾਂ ਦੇ ਵਿੱਚ ਵੀ ਹੋਰ ਨਵੇਂ ਟੌਪਿਕਸ ਦੇ ਨਾਲ ਆਪਾਂ ਫਿਰ ਜੁੜਾਂਗੇ। ਅੱਜ ਦੇ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।